ਤੇ ਜੇ ਕਦੇ ਅਸੀਂ ਉਤਾਰਦੇ ਇਹਨਾਂ ਵੱਲ ਫਰਿਸ਼ਤੇ ਤੇ ਗੱਲਾਂ ਕਰਦੇ ਇਹਨਾਂ ਨਾਲ ਮੁਰਦੇ ਤੇ ਜਮ੍ਹਾਂ ਕਰ ਦਿੰਦੇ ਦੁਨੀਆ ਭਰ ਦੀਆਂ ਚੀਜ਼ਾਂ ਅਸੀਂ ਇਹਨਾਂ ਅੱਗੇ, ਤਾਂ ਵੀ ਨਹੀਂ ਸਾਨੇ ਮੰਨਣਾ। ਪਰ ਜੋ ਚਾਹੇ ਅੱਲਾ, ਪਰ ਬਹੁਤੇ ਉਹਨਾਂ ਵਿੱਚੋਂ ਨਾਦਾਨੀ ਕਰਦੇ ਨੇ। ਤੇ ਇਸੇ ਤਰ੍ਹਾਂ ਬਣਾਏ ਨੇ ਅਸਾਂ ਹਰ ਪੈਗੰਬਰ ਦੇ ਦੁਸ਼ਮਣ ਸ਼ੈਤਾਨ ਆਦਮੀ ਤੇ ਸ਼ੈਤਾਨ ਜਿੰਨ। ਵਸਵਸਾ ਪਾਉਂਦੇ ਨੇ ਇੱਕ ਇੱਕਨਾਂ ਨੂੰ ਖੋਟੀ ਗੱਲ ਦਾ ਧੋਖਾ ਦੇਣ ਲਈ। ਤੇ ਜੇ ਕਦੇ ਚਾਹੁੰਦਾ ਰੱਬ ਤੇਰਾ ਨਾ ਕਰਦੇ ਇਹ ਕੰਮ, ਸੋ ਛੱਡ ਉਹਨਾਂ ਨੂੰ ਤੇ ਉਹਨਾਂ ਦੇ ਝੂਠ ਜੋੜਨੇ ਨੂੰ। ਨਾਲੇ ਤਾਂ ਜੋ ਝੁਕਣ ਉਸ ਵੱਲ ਦਿਲ ਉਹਨਾਂ ਦੇ ਜਿਹੜੇ ਨਹੀਂ ਮੰਨਦੇ ਆਖਰਤ ਨੂੰ, ਨਾਲੇ ਤਾਂ ਜੋ ਪਸੰਦ ਕਰਨ ਉਸ ਨੂੰ, ਨਾਲੇ ਤਾਂ ਜੋ ਕਰੀ ਜਾਣ ਜੋ ਕਰਤੱਵ ਉਹ ਕਰ ਰਹੇ ਨੇ। ਭਲਾ ਫਿਰ ਸੁਆ ਅੱਲਾ ਦੇ ਮੈਂ ਢੂੰਡਾਂ ਕੋਈ ਮੁਨਸਿਫ, ਤੇ ਉਹ ਹੀ ਹੈ ਜਿਹਨੂੰ ਉਤਾਰੀ ਤੁਸਾਂ ਵੱਲ ਕਿਤਾਬ ਜੁਦਾ ਜੁਦਾ ਬਿਆਨ ਕਰਕੇ, ਤੇ ਜਿਨ੍ਹਾਂ ਨੂੰ ਅਸਾਂ ਦਿੱਤੀ ਕਿਤਾਬ ਉਹ ਜਾਣਦੇ ਨੇ ਭਈ ਇਹ ਜ਼ਰੂਰ ਉਤਰੀ ਹੋਈ ਏ ਤੇਰੇ ਰੱਬ ਵੱਲੋਂ ਸਹੀ ਸਹੀ। ਸੋ ਤੂੰ ਨਾ ਹੋ ਸ਼ੱਕ ਕਰਨ ਵਾਲਿਆਂ ਵਿੱਚੋਂ। ਪੂਰੀ ਤੇ ਮੁਕੰਮਲ ਇਹ ਗੱਲ ਤੇਰੇ ਰੱਬ ਦੀ ਸੱਚਾਈ ਤੇ ਇਨਸਾਫ ਵਿੱਚ। ਕੋਈ ਬਦਲਣ ਵਾਲਾ ਨਹੀਂ ਉਹਦੀਆਂ ਗੱਲਾਂ ਨੂੰ, ਤੇ ਉਹ ਸੁਣਦਾ ਜਾਣਦਾ ਹੈ। ਹਬੀਬ ਦੇ ਜੇ ਆਖੇ ਲੱਗਿਓ ਬਹੁਤਿਆਂ ਦੇ ਉਹਨਾਂ ਵਿੱਚੋਂ ਜੋ ਜ਼ਮੀਨ ਵਿੱਚ ਨੇ, ਭੁਲਾ ਦੇਣਗੇ ਤੈਨੂੰ ਅੱਲਾ ਦੇ ਰਾਹ, ਨਹੀਂ ਮਗਰ ਤੁਰਦੇ ਨੇ ਪਰ ਜ਼ੰਨ ਦੇ, ਤੇ ਹੋਰ ਕੁਝ ਵੀ ਨਹੀਂ ਉਹ ਪਰ ਅਟਕਲਾਂ ਦੌੜਾਉਂਦੇ ਨੇ। ਜ਼ਰੂਰ ਤੇਰਾ ਰੱਬ ਹੀ ਖੂਬ ਜਾਣਦਾ ਹੈ ਉਸ ਨੂੰ ਜਿਹੜਾ ਭੁੱਲਿਆ ਉਹਦੇ ਰਾਹ, ਤੇ ਉਹ ਖੂਬ ਜਾਣਦਾ ਹੈ ਰਾਹ ਪਿਆ ਹੋਇਆਂ ਨੂੰ। ਸੋ ਖਾਓ ਉਸ ਵਿੱਚੋਂ ਜਿਸ ਉੱਤੇ ਲਿਆ ਨਾਮ ਅੱਲਾ ਦਾ, ਜੇ ਤੁਸੀਂ ਉਹਦੀਆਂ ਆਇਤਾਂ ਦੇ ਮੰਨਣ ਵਾਲੇ ਹੋ। ਤੇ ਕੀ ਹੈ ਤੁਹਾਨੂੰ ਜੋ ਨਾ ਖਾਓ ਉਸ ਵਿੱਚੋਂ ਜਿਸ ਉੱਤੇ ਲਿਆ ਨਾਮ ਅੱਲਾ ਦਾ। ਨਾਲੇ ਜੁਦਾ ਜੁਦਾ ਬਿਆਨ ਕਰ ਚੁੱਕਾ ਹੈ ਤੁਸਾਂ ਲਈ ਜੋ ਹਰਾਮ ਕੀਤਾ ਸੂ ਤੁਸਾਂ ਉੱਤੇ, ਪਰ ਜਿਸ ਦੀ ਤਰਫ ਤੁਸੀਂ ਲਾਚਾਰ ਹੋ ਜਾਓ। ਬਹੁਤੇ ਲੋਕ ਜ਼ਰੂਰ ਰਾਹੋਂ ਭੁਲਾਉਂਦੇ ਨੇ ਆਪਣੇ ਮਨਾਂ ਦੀ ਚਾਹ ਨਾਲ ਬੇਇਲਮੀ ਦੇ ਤਰ੍ਹਾਂ। ਜ਼ਰੂਰ ਤੇਰਾ ਰੱਬ ਵੀ ਖੂਬ ਜਾਣਦਾ ਹੈ ਹੱਦੋਂ ਟੱਪਣ ਵਾਲਿਆਂ ਨੂੰ। ਤੇ ਛੱਡ ਦਿਓ ਜ਼ਾਹਿਰ ਗੁਨਾਹ ਤੇ ਛੁਪਿਆ, ਯਾਨੀ ਕਾਫਰਾਂ ਦੇ ਬਕਾਣੇ ਨਾਲ ਨਾ ਜ਼ਾਹਿਰ ਵਿੱਚ ਅਮਲ ਕਰੋ ਤੇ ਨਾ ਦਿਲ ਵਿੱਚ ਸ਼ੁਬਾ ਰੱਖੋ। ਜਿਹੜੇ ਖੱਟਦੇ ਨੇ ਗੁਨਾਹ ਉਹ ਜ਼ਰੂਰ ਸਜ਼ਾ ਪਾਣਗੇ ਉਸ ਦੀ ਜੋ ਕਮਾਉਂਦੇ ਰਹੇ ਨੇ। ਤੇ ਨਾ ਖਾਓ ਉਸ ਵਿੱਚੋਂ ਜਿਸ ਉੱਤੇ ਨਹੀਂ ਲਿਆ ਨਾਮ ਅੱਲਾ ਦਾ, ਤੇ ਉਹ ਜ਼ਰੂਰ ਬੇਫਰਮਾਨੀ ਹੈ। ਤੇ ਸ਼ੈਤਾਨ ਜ਼ਰੂਰ ਵਸਵਸਾ ਪਾਉਂਦੇ ਨੇ ਆਪਣੇ ਯਾਰਾਂ ਨੂੰ ਤਾਂ ਝਗੜਨ ਤੁਸਾਂ ਨਾਲ। ਤੇ ਜੇ ਤੁਸੀਂ ਆਖੇ ਲੱਗੇ ਉਹਨਾਂ ਦੇ ਤਾਂ ਤੁਸੀਂ ਵੀ ਸ਼ਿਰਕ ਕਰਨ ਵਾਲੇ ਹੋ। ਭਲਾ ਤੇ ਜਿਹੜਾ ਮੁਰਦਾ ਸੀ ਪਹਿਲੇ, ਫਿਰ ਜਵਾਇਆ ਅਸਾਂ ਉਹਨੂੰ ਤੇ ਕਰ ਦਿੱਤਾ ਅਸਾਂ ਉਹਨੂੰ ਚਾਨਣ ਲਈ ਫਿਰਦਾ ਹੈ ਉਸ ਨੂੰ ਲੋਕਾਂ ਵਿੱਚ ਉਹਦੇ ਵਾਂਗੂ ਹੈ ਜਿਸ ਦਾ ਇਹ ਹਾਲ ਹੈ ਜੋ ਹਨੇਰਿਆਂ ਵਿੱਚ ਨਹੀਂ ਨਿਕਲਣ ਜੋਗਾ ਉਹਨਾਂ ਤੋਂ। ਇਸੇ ਤਰ੍ਹਾਂ ਸੋਹਣਾ ਦੱਸਿਆ ਹੈ ਹੀ ਬੇਈਮਾਨਾਂ ਨੂੰ ਜੋ ਕਰਤੱਵ ਕਰਦੇ ਸਨ। ਤੇ ਇਸੇ ਤਰ੍ਹਾਂ ਅਸਾਂ ਕੀਤਾ ਹੀ ਹਰ ਬਸਤੀ ਵਿੱਚ ਉੱਥੋਂ ਦੇ ਬੜੇ ਬੜੇ ਮੁਜਰਮਾਂ ਨੂੰ ਤਾਂ ਦਾ ਖੇਡਣ ਉਸ ਵਿੱਚ, ਤੇ ਨਹੀਂ ਦਾ ਖੇਡਦੇ ਪਰ ਆਪਣੀਆਂ ਜਾਨਾਂ ਉੱਤੇ, ਤੇ ਨਹੀਂ ਸਮਝਦੇ। ਦੱਸੋ ਹਾਂ ਇਹ ਟੋਲੇ ਜਿੰਨਾਂ ਤੇ ਆਦਮੀਆਂ ਦੇ ਭਲਾ ਪਹੁੰਚੇ ਨਹੀਂ ਸਨ ਤੁਸਾਂ ਨੂੰ ਪੈਗੰਬਰ ਤੁਹਾਡੇ ਵਿੱਚੋਂ, ਬਿਆਨ ਕਰਦੇ ਤੁਸਾਂ ਅੱਗੇ ਆਇਤਾਂ ਮੇਰੀਆਂ, ਤੇ ਡਰਾਉਂਦੇ ਤੁਹਾਨੂੰ ਮਿਲਨੇ ਦਿਨ ਤੁਹਾਡੇ ਇਸ ਅੰਜਾਮ ਦੇ। ਆਖਿਓ ਨੇ ਅਸਾਂ ਮੰਨੇ ਗੁਨਾਹ ਆਪਣੇ, ਤੇ ਧੋਖਾ ਦਿੱਤਾ ਸੀ ਉਹਨਾਂ ਨੂੰ ਦੁਨੀਆ ਦੇ ਜਿਉਣੇ ਨੇ, ਤੇ ਗਵਾਹੀ ਦਿੱਤੀ ਉਹਨੇ ਆਪਣੇ ਉੱਤੇ ਖੁਦ ਭਈ ਉਹ ਬੇਈਮਾਨ ਸਨ। ਇਹ ਹੀ ਇਸ ਵਾਸਤੇ ਜੋ ਨਹੀਂ ਹੈ ਰੱਬ ਤੇਰਾ ਬਰਬਾਦ ਕਰਦਾ ਵਸਤੀਆਂ ਨੂੰ ਨਾਲ ਜ਼ੁਲਮ ਦੇ, ਜਦ ਰਹਿਣੇ ਵਾਲੇ ਉਹਨਾਂ ਦੇ ਬੇਖਬਰ ਹੋਣ। ਤੇ ਹਰ ਕਿਸੇ ਲਈ ਦਰਜੇ ਨੇ ਆਪਣੀ ਕਮਾਈ ਤੋਂ, ਤੇ ਤੇਰੇ ਰੱਬ ਨੂੰ ਕੁਛ ਭੁੱਲਾ ਨਹੀਂ ਜੋ ਕਰਦੇ ਨੇ। ਤੇ ਤੇਰਾ ਰੱਬ ਬੇਪਰਵਾਹ ਹੈ, ਮਿਹਰ ਵਾਲਾ, ਜੇ ਚਾਹੇ ਲੈ ਜਾਏ ਤੁਹਾਨੂੰ ਤੇ ਤੁਹਾਡੇ ਥਾਂ ਲਿਆਵੇ ਤੁਹਾਡੇ ਪਿੱਛੋਂ ਜਿਸ ਨੂੰ ਚਾਹੇ। ਜੋ ਪੈਦਾ ਕੀਤਾ ਸੂ ਤੁਹਾਨੂੰ ਹੋਰ ਲੋਕਾਂ ਦੀ ਔਲਾਦ ਤੋਂ, ਜੋ ਤੁਹਾਨੂੰ ਵਾਅਦਾ ਮਿਲਦਾ ਹੈ ਜ਼ਰੂਰ ਆਉਣਾ ਹੈ, ਤੇ ਨਹੀਂ ਤੁਸੀਂ ਅੱਲਾ ਨੂੰ ਹੈਰਾਨ ਜੋਗੇ। ਹਬੀਬ ਤੁਸੀਂ ਆਖੋ ਐ ਮੇਰੀ ਕੌਮ ਕੰਮ ਕਰੀ ਜਾਓ ਆਪਣੀ ਜਗ੍ਹਾ, ਤੇ ਆਪਣੀ ਜਗ੍ਹਾ ਮੈਂ ਵੀ ਕਰਨਾ, ਫੇਰ ਅੱਗੋਂ ਜਾਣ ਲਓਗੇ ਕਿਸ ਦਾ ਭਲਾ ਹੋਣਾ ਹੈ ਔੜਕ ਦਾ ਕਰ। ਗੱਲ ਇਹ ਹੈ ਜੋ ਮੁਰਾਦ ਨਹੀਂ ਪਾਉਂਦੇ ਜ਼ਾਲਮ, ਤੇ ਠਹਿਰਾਉਂਦੇ ਨੇ ਅੱਲਾ ਦਾ ਉਹਦੀ ਪੈਦਾ ਕੀਤੀ ਪੈਲੀ ਤੇ ਡੰਗਰਾਂ ਵਿੱਚੋਂ ਇੱਕ ਹਿੱਸਾ, ਫੇਰ ਆਖਦੇ ਨੇ ਇਹ ਅੱਲਾ ਦਾ ਹੈ ਆਪਣੇ ਗੁਮਾਨ ਵਿੱਚ, ਤੇ ਇਹ ਸਾਡੇ ਸ਼ਰੀਕਾਂ ਦਾ ਹੈ। ਫੇਰ ਜੋ ਵੀ ਉਹਨਾਂ ਦੇ ਸ਼ਰੀਕਾਂ ਦਾ ਹੈ
ਉਹ ਨਹੀਂ ਪਹੁੰਚਦਾ ਅੱਲਾ ਵੱਲ, ਤੇ ਜੋ ਵੀ ਅੱਲਾ ਦਾ ਹੈ ਉਹ ਪਹੁੰਚਦਾ ਹੈ ਉਹਨਾਂ ਦੇ ਸ਼ਰੀਕਾਂ ਵੱਲ। ਕਿਆ ਬੁਰਾ ਹੈ ਜੋ ਇਨਸਾਫ ਕਰਦਾ ਦੇਗਾ ਉਹਨਾਂ ਨੂੰ ਉਹਨਾਂ ਦੇ ਗੱਲਾਂ ਦੀ। ਉਹ ਜ਼ਰੂਰ ਹਕਮਤ ਵਾਲਾ ਜਾਣਨ ਵਾਲਾ ਹੈ। ਜ਼ਰੂਰ ਘਾਟਾ ਪਾਇਆ ਜਿਨ੍ਹਾਂ ਮਾਰੀ ਆਪਣੀ ਔਲਾਦ ਮੂਰਖਪਣੇ ਨਾਲ, ਬੇਇਲਮੀ ਦੇ ਤਰ੍ਹਾਂ, ਤੇ ਹਰਾਮ ਕੀਤਾ ਜੋ ਦਿੱਤਾ ਸੀ ਉਹਨਾਂ ਨੂੰ ਅੱਲਾ ਨੇ। ਝੂਠ ਜੋੜ ਕੇ ਅੱਲਾ ਉੱਤੇ ਜ਼ਰੂਰ ਰਾਹ ਭੁੱਲੇ ਤੇ ਨਾ ਹੋਏ ਰਾਹ ਪੈਣ ਵਾਲੇ। وهو الذي أنشأ جنات معروشات وغير معروشات والنخل والزرع مختلفا أكله والزيتون والرمان متشابها وغير متشابه كلوا من ثمره إذا أثمر وآتوا حقه يوم حصاده ولا تسرفوا إنه لا يحب المسرفين ومن الأنعام حمولة وفرشا كلوا مما رزقكم الله ولا تتبعوا خطوات الشيطان إنه لكم عدو مبين 8 أزواج من الضأن 2 ومن المعز 2 قل أذكرين حرم أم الأنثيين أما اشتملت عليه أرحام الأنثيين نبئوني بعلم إن كنتم صادقين ومن الإبل 2 ومن البقر 2 قل أذكرين حرم أم الأنثيين أما اشتملت عليه أرحام الأنثيين أم كنتم شهداء إذ وصاكم الله بهذا فمن أظلم ممن افترى على الله كذبا ليضل الناس بغير علم إن الله لا يهدي القوم الظالمين قل لا أجد فيما أوحي إلي محرما على طاعم يطعمه إلا أن يكون ميتة أو دما مسفوحا أو لحم خنزير فإنه رجس أو فسقا أهل لغير الله به فمن اضطر غير باغ ولا عاد فإن ربك غفور رحيم ਤੇ ਉਹ ਹੀ ਏ ਜਿਨੇ ਪੈਦਾ ਕੀਤੇ ਬਾਗ ਛਪਰਾਂ ਉੱਤੇ ਚੜੇ ਹੋਏ ਤੇ ਨਾ ਚੜੇ ਹੋਏ ਛਪਰਾਂ ਉੱਤੇ, ਤੇ ਖਜੂਰ ਤੇ ਖੇਤੀ ਜੁਦਾ ਜੁਦਾ ਨੇ ਫਲ ਉਸਦੇ, ਤੇ ਜ਼ੈਤੂਨ ਤੇ ਅਨਾਰ ਰਲਦੇ ਮਿਲਦੇ ਸੂਰਤ ਸ਼ਕਲ ਵਿੱਚ ਤੇ ਨਾ ਰਲਦੇ ਮਿਲਦੇ ਮਜ਼ੇ ਵਿੱਚ। ਖਾਓ ਫਲ ਉਸ ਦੇ ਥੀ ਜਦ ਫਲ ਲੱਗੇ, ਤੇ ਦਿਓ ਹੱਕ ਉਸ ਦਾ ਦਿਨ ਉਸ ਦੀ ਵਾਢੀ ਦੇ, ਤੇ ਬੇਜਾ ਨਾ ਖਰਚੋ। ਉਹਨੂੰ ਨਹੀਂ ਪਾਉਂਦੇ ਬੇਜਾ ਖਰਚਣੇ ਵਾਲੇ। ਤੇ ਪੈਦਾ ਕੀਤੇ ਡੰਗਰਾਂ ਵਿੱਚੋਂ ਭਾਰ ਜੋਗੇ ਜਿਉਂ ਊਠ ਤੇ ਬੈਲ, ਤੇ ਵਿਛਣ ਜੋਗੇ ਜਿਉਂ ਭੇਡ ਬੱਕਰੀ ਜਿਹਨੂੰ ਬਛਾ ਕੇ ਜ਼ਿਬਾ ਕਰਦੇ ਨੇ। ਖਾਓ ਅੱਲਾ ਦੇ ਦਿੱਤੇ ਵਿੱਚੋਂ, ਤੇ ਮਗਰ ਨਾ ਤੁਰੋ ਸ਼ੈਤਾਨ ਦੇ ਕਦਮਾਂ ਦੇ, ਉਹ ਤੁਹਾਡਾ ਦੁਸ਼ਮਣ ਹੈ ਖੁੱਲਾ।
ਪੈਦਾ ਕੀਤੇ 8 ਨਰ ਮਾਦੇ, ਭੇਡ ਛਤਰਾ 2 ਕਿਸਮ ਦੇ ਤੇ ਬੱਕਰੀ ਬੱਕਰਾ 2 ਕਿਸਮ ਦੇ। ਐ ਹਬੀਬ ਤੁਸੀਂ ਆਖੋ ਭਲਾ 2 ਨਰ ਹਰਾਮ ਕੀਤੇ ਸੂ ਜਾਂ 2 ਮਾਦੀਆਂ, ਜਾਂ ਬੱਚੇ ਜਿਸ ਨੂੰ ਆਪਣੇ ਅੰਦਰ ਪਾਇਆ ਏ 2 ਮਾਦੀਆਂ ਦੇ ਢਿੱਡਾਂ ਨੇ? ਦੱਸੋ ਮੈਨੂੰ ਕੋਈ ਸਨਦ ਜੇ ਤੁਸੀਂ ਸੱਚੇ ਹੋ। ਤੇ ਊਂਠ ਊਠਣੀ 2 ਤੇ ਗਾਈ ਬੈਲ 2, ਤੇ ਪੁੱਛੋ ਭਲਾ 2 ਨਰ ਹਰਾਮ ਕੀਤੇ ਸੂ ਜਾਂ 2 ਮਾਦੀਆਂ, ਜਾਂ ਬੱਚੇ ਜਿਸ ਨੂੰ ਆਪਣੇ ਅੰਦਰ ਪਾਇਆ 2 ਮਾਦੀਆਂ ਦੇ ਢਿੱਡਾਂ ਨੇ? ਜਾਂ ਤੁਸੀਂ ਸਾਹਮਣੇ ਸਾਓ ਜਦ ਅੱਲਾ ਨੇ ਤੁਹਾਨੂੰ ਇਸ ਦੀ ਤਾਕੀਦ ਕੀਤੀ ਸੀ? ਫਿਰ ਉਸ ਨਾਲੋਂ ਬੜਾ ਜ਼ਾਲਮ ਕੌਣ ਹੈ ਜਿਨ ਜੋੜਿਆ ਅੱਲਾ ਉੱਤੇ ਝੂਠ, ਤਾਂ ਰਾਹੋਂ ਭੁਲਾਵੇ ਲੋਕਾਂ ਨੂੰ ਬੇਇਲਮੀ ਦੇ ਤਰਾਣ। ਅੱਲਾ ਜ਼ਰੂਰ ਰਾਹ ਨਹੀਂ ਪਾਉਂਦਾ ਜ਼ਾਲਮ ਲੋਕਾਂ ਨੂੰ। ਐ ਹਬੀਬ ਤੁਸੀਂ ਆਖੋ ਮੈਂ ਨਹੀਂ ਮਾਲੂਮ ਕਰਦਾ ਉਸ ਇਲਮ ਵਿੱਚ ਜੋ ਉਤਰਿਆ ਮੇਰੇ ਵੱਲ ਕੁਝ ਹਰਾਮ ਕਿਸੇ ਖਾਣ ਵਾਲੇ ਉੱਤੇ ਜੋ ਖਾਵੇ ਉਸ ਨੂੰ, ਪਰ ਜੋ ਹੋਵੇ ਮੁਰਦਾਰ ਜਾਂ ਲਹੂ ਵਗਿਆ ਹੋਇਆ ਜਾਂ ਗੋਸ਼ਤ ਸੂਰ ਦਾ, ਕਿਉਂਕਿ ਉਹ ਹਰਾਮ ਹੈ, ਜਾਂ ਹੋਵੇ ਫਿਸਕ ਦੀ ਚੀਜ਼ ਜੋ ਮਸ਼ਹੂਰ ਕੀਤੀ ਗਈ ਅੱਲਾ ਦੇ ਸਿਵਾ ਹੋਰੀ ਦੇ ਨਾਮ ਦੀ। ਫਿਰ ਜਿਹੜਾ ਲਾਚਾਰ ਹੋ ਕੇ ਖਾ ਲੇ, ਨਾ ਬੇਹੁਕਮੀ ਕਰਦਾ ਤੇ ਨਾ ਹੱਦੋਂ ਟੱਪਦਾ, ਤਾਂ ਤੇਰਾ ਰੱਬ ਜ਼ਰੂਰ ਬਖਸ਼ਣਹਾਰ ਮਿਹਰਬਾਨ ਹੈ। ਤੇ ਯਹੂਦੀਆਂ ਉੱਤੇ ਅਸਾਂ ਹਰਾਮ ਕੀਤੀ ਸੀ ਹਰ ਚੀਜ਼ ਮਿਲੀਆਂ ਹੋਈਆਂ ਉਂਗਲੀਆਂ ਵਾਲੀ, ਤੇ ਗਾਈ ਬੈਲ ਤੇ ਭੇਡ ਬੱਕਰੀ ਦੀ ਚਰਬੀ ਹਰਾਮ ਕੀਤੀ ਅਸਾਂ ਉਹਨਾਂ ਉੱਤੇ, ਪਰ ਜੋ ਲੱਗੀ ਹੋਵੇ ਉਹਨਾਂ ਦੀਆਂ ਪਿੱਠਾਂ ਨਾਲ ਜਾਂ ਆਂਦਰਾਂ ਨਾਲ, ਜਾਂ ਜੋ ਮਿਲੀ ਹੋਵੇ ਹੱਡੀ ਨਾਲ, ਇਹ ਅਸਾਂ ਸਜ਼ਾ ਦਿੱਤੀ ਸੀ ਉਹਨਾਂ ਨੂੰ ਉਹਨਾਂ ਦੇ ਬੇਹੁਕਮੀ ਉਤੋਂ, ਤੇ ਅਸੀਂ ਜ਼ਰੂਰ ਸੱਚੇ ਹਾਂ। ਫੇਰ ਜੇ ਝੁਠਲਾਵਨ ਤੈਨੂੰ ਐ ਹਬੀਬ, ਤਾਂ ਆਖਦੇ ਰੱਬ ਤੁਹਾਡਾ ਖੁੱਲੀ ਮਿਹਰ ਵਾਲਾ ਹੈ ਤੇ ਨਹੀਂ ਮੁਰਦਾ ਅਜ਼ਾਬ ਉਹਦਾ ਗੁਨਾਹਗਾਰ ਲੋਕਾਂ ਤੋਂ। ਹੁਣ ਸ਼ਿਰਕ ਕਰਨ ਵਾਲੇ ਆਖਣਗੇ ਜੇ ਕਦੇ ਚਾਹੁੰਦਾ ਅੱਲਾ ਨਾ ਸ਼ਿਰਕ ਕਰਦੇ ਅਸੀਂ, ਤੇ ਨਾ ਪਿਓ ਦਾਦੇ ਸਾਡੇ, ਤੇ ਨਾ ਹਰਾਮ ਕਰਦੇ ਅਸੀਂ ਕੋਈ ਚੀਜ਼। ਇਸੇ ਤਰ੍ਹਾਂ ਝੁਠਲਾਇਆ ਸੀ ਇਹਨਾਂ ਤੋਂ ਅਗਲਿਆਂ ਨੇ ਵੀ, ਇੱਥੋਂ ਤੀਕ ਜੋ ਚੱਖਿਓ ਨੇ ਅਜ਼ਾਬ ਸਾਡਾ। ਤੁਸੀਂ ਆਖੋ ਭਲਾ ਤੁਸਾਂ ਕੋਲ ਕੁਝ ਇਲਮ ਵੀ ਹੈ, ਤਾਂ ਉਹ ਕੱਢੋ ਸਾਡੇ ਅੱਗੇ। ਤੁਸੀਂ ਤੁਰਦੇ ਨਹੀਂ ਪਰ ਜ਼ਨ ਉੱਤੇ, ਤੇ ਨਹੀਂ ਤੁਸੀਂ ਪਰ ਅਟਕਲ ਦੌੜਾਉਂਦੇ ਹੋ। ਹਬੀਬ ਆਖੋ ਫਿਰ ਅੱਲਾ ਹੀ ਦੀ ਇਹ ਦਲੀਲ ਪੱਕੀ, ਸੋ ਜੇ ਕਦੇ ਚਾਹੁੰਦਾ ਤਾਂ ਰਾਹ ਪਾਉਂਦਾ ਤੁਹਾਨੂੰ ਸਭ ਨੂੰ। ਤੂੰ ਆਖ ਲਿਆਓ ਗਵਾਹ ਆਪਣੇ ਜਿਹੜੇ ਗਵਾਹੀ ਦੇਣ ਭਈ ਅੱਲਾ ਨੇ ਇਹ ਹਰਾਮ ਕੀਤੀ ਹੈ। ਫਿਰ ਜੇ ਗਵਾਹੀ ਦੇ ਦੇਣ ਤਾਂ ਤੁਸੀਂ ਨਾ ਗਵਾਹੀ ਦਿਓ ਉਹਨਾਂ ਨਾਲ, ਤੇ ਮਗਰ ਨਾ ਤੁਰੋ ਉਹਨਾਂ ਦੀ ਚਾਹ ਦੇ ਜਿਨ੍ਹਾਂ ਝੁਠਲਾਈਆਂ ਸਾਡੀਆਂ ਐਤਾਂ, ਤੇ ਜਿਹੜੇ ਨਹੀਂ ਮੰਨਦੇ ਆਖਰਤ ਨੂੰ, ਤੇ ਉਹ ਆਪਣੇ ਰੱਬ ਨਾਲ ਬਰਾਬਰ ਕਰਦੇ ਨੇ ਦੂਜਿਆਂ ਨੂੰ। ਤੁਸੀਂ ਆਖੋ ਆਓ ਮੈਂ ਪੜ੍ਹਾਂ ਜੋ ਹਰਾਮ ਕੀਤਾ ਤੁਹਾਡੇ ਰੱਬ ਨੇ ਤੁਸਾਂ ਉੱਤੇ, ਜੋ ਬਰਾਬਰ ਨਾ ਕਰੋ ਉਸ ਨਾਲ ਕਿਸੇ ਚੀਜ਼ ਨੂੰ, ਤੇ ਜਣਦਿਆਂ ਨਾਲ ਇਹਸਾਨ ਕਰਨਾ, ਤੰਗੀਓਂ ਡਰ ਕੇ ਨਾ ਮਾਰੋ ਔਲਾਦ ਆਪਣੀ। ਅਸੀਂ ਰਿਜ਼ਕ ਦੇਨੇ ਆ ਤੁਹਾਨੂੰ ਤੇ ਉਹਨਾਂ ਨੂੰ ਵੀ ਦੇਾਂਗੇ, ਤੇ ਨੇੜੇ ਨਾ ਜਾਓ ਬੇਸ਼ਰਮੀ ਦੇ ਕੰਮਾਂ ਦੇ, ਜੋ ਉਹਨਾਂ ਵਿੱਚੋਂ ਜ਼ਾਹਿਰ ਹੈ ਤੇ ਜੋ ਛੁਪਿਆ ਹੋਇਆ ਹੈ, ਤੇ ਨਾ ਮਾਰੋ ਉਹ ਜਾਨ ਜੋ ਹਰਾਮ ਕੀਤੀ ਅੱਲਾ ਨੇ ਪਰ ਹੱਕ ਨਾਲ। ਇਹ ਜੇ ਜਿਸ ਦਾ ਤੁਹਾਨੂੰ ਹੁਕਮ ਕੀਤਾ ਸੂ, ਤਾਂ ਤੁਸੀਂ ਅਕਲ ਕਰੋ। ਤੇ ਨੇੜੇ ਨਾ ਜਾਓ ਯਤੀਮ ਦੇ ਮਾਲ ਦੇ, ਪਰ ਉਸ ਤਰ੍ਹਾਂ ਨਾਲ ਜੋ ਸੋਹਣੀ ਹੈ, ਜਦ ਤੀਕ ਪਹੁੰਚੇ ਨਾ ਆਪਣੀ ਜਵਾਨੀ ਨੂੰ। ਪੂਰਾ ਕਰੋ ਟੋਪਾ ਤੇ ਤਰੱਕੜੀ ਇਨਸਾਫ ਨਾਲ। ਅਸੀਂ ਕੰਮ ਨਹੀਂ ਦੱਸਦੇ ਕਿਸੇ ਨੂੰ, ਪਰ ਉਹਦੀ ਤਾਕਤ ਸਿਰ, ਤੇ ਜਦ ਗੱਲ ਕਰੋ ਤਾਂ ਇਨਸਾਫ ਕਰੋ, ਭਾਵੇਂ ਜੇਕਰ ਕੋਈ ਹੋਵੇ ਸਾਕੇਦਾਰ, ਤੇ ਇਕਰਾਰ ਅੱਲਾ ਦਾ ਪੂਰਾ ਕਰੋ। ਇਹ ਜੇ ਜਿਹਦਾ ਤੁਹਾਨੂੰ ਹੁਕਮ ਕੀਤਾ ਸੋ, ਤਾਂ ਤੁਸੀਂ ਮਤ ਲਓ, ਤੇ ਜ਼ਰੂਰ ਆਖਿਆ ਹੈ ਜੋ ਇਹ ਮੇਰਾ ਰਾਹ ਹੈ ਸਿੱਧਾ, ਸੋ ਇਸ ਉੱਤੇ ਤੁਰੋ, ਤੇ ਨਾ ਤੁਰੋ ਕਿਸੇ ਦੂਸਰੇ ਰਾਹੀਂ। ਫੇਰ ਉਹ ਜੁਦਾ ਕਰ ਦੇਣਗੇ ਤੁਹਾਨੂੰ ਉਹਦੇ ਰਾਹੋਂ। ਇਹ ਜੇ ਜਿਸ ਦਾ ਹੁਕਮ ਕੀਤਾ ਸੂ ਤੁਹਾਨੂੰ, ਤਾਂ ਤੁਸੀਂ ਬਚੋ। ਫਿਰ ਆਖਨੇ ਹਾਂ ਜੋ ਦਿੱਤੀ ਸੀ ਅਸਾਂ ਮੂਸਾ ਨੂੰ ਕਿਤਾਬ ਨੇਮਤ ਪੂਰੀ ਕਰਨ ਨੂੰ, ਨੇਕੀ ਕਰਨ ਵਾਲੇ ਉੱਤੇ, ਤੇ ਜੁਦਾ ਜੁਦਾ ਬਿਆਨ ਕਰਨ ਨੂੰ ਹਰ ਚੀਜ਼ ਦਾ, ਤੇ ਰਾਹ ਪਾਣੇ ਤੇ ਮਿਹਰ ਕਰਨੇ ਲਈ, ਤਾਂ ਉਹ ਆਪਣੇ ਰੱਬ ਦੇ ਮਿਲਣ ਦਾ ਯਕੀਨ ਕਰਨ। ਤੇ ਇਹ ਕਿਤਾਬ ਅਸਾਂ ਉਤਾਰੀ ਏ ਬਰਕਤ ਵਾਲੀ, ਸੋ ਇਸ ਉੱਤੇ ਤੁਰੋ ਤੇ ਬਚੋ, ਤਾਂ ਤੁਸਾਂ ਉੱਤੇ ਮਿਹਰ ਹੋਵੇ। ਤਾਂ ਨਾ ਆਖੋ ਪਈ ਕਿਤਾਬ ਤੇ ਉਤਰੀ ਸੀ ਨਿਰੀ 2 ਉਮਤਾਂ ਉੱਤੇ ਸਾਥੋਂ ਪਹਿਲੇ, ਯਾਨੀ ਯਹੂਦੀਆਂ ਤੇ ਨਸਾਰਾ ਉੱਤੇ, ਤੇ ਅਸੀਂ ਉਹਨਾਂ ਦੇ ਪੜ੍ਹਨੇ ਪੜ੍ਹਾਣੇ ਤੋਂ ਜ਼ਰੂਰ ਹੀ ਬੇਖਬਰ ਸਾਂ। ਤੇ ਇਹ ਕਿਤਾਬ ਅਸਾਂ ਉਤਾਰੀ ਏ ਬਰਕਤ ਵਾਲੀ, ਸੋ ਇਸ ਉੱਤੇ ਤੁਰੋ ਤੇ ਬਚੋ, ਤਾਂ ਤੁਸਾਂ ਉੱਤੇ ਮਿਹਰ ਹੋਵੇ। ਤਾਂ ਨਾ ਆਖੋ ਪਈ ਕਿਤਾਬ ਤੇ ਉਤਰੀ ਸੀ ਨਿਰੀ 2 ਉਮਤਾਂ ਉੱਤੇ ਸਾਥੋਂ ਪਹਿਲੇ, ਯਾਨੀ ਯਹੂਦੀਆਂ ਤੇ ਨਸਾਰਾ ਉੱਤੇ, ਤੇ ਅਸੀਂ ਉਹਨਾਂ ਦੇ ਪੜ੍ਹਨੇ ਪੜ੍ਹਾਣੇ ਤੋਂ ਜ਼ਰੂਰ ਹੀ ਬੇਖਬਰ ਸਾਂ। ਜਾਂ ਨਾ ਆਖੋ ਜੇ ਕਦੇ ਸਾਡੇ ਉੱਤੇ ਉਤਰਦੀ ਕਿਤਾਬ, ਤਾਂ ਅਸਾਂ ਉਹਨਾਂ ਨਾਲੋਂ ਵੀ ਖੂਬ ਰਾਹ ਸਿਰ ਆਉਣਾ ਸੀ,
ਸੋ ਆ ਚੁੱਕੀ ਤੁਸਾਂ ਕੋਲ ਸਾਫ਼ ਦਲੀਲ ਤੁਹਾਡੇ ਰੱਬ ਵੱਲੋਂ ਤੇ ਹਦਾਇਤ ਤੇ ਮਿਹਰ। ਫਿਰ ਉਸ ਨਾਲੋਂ ਵੱਡਾ ਜ਼ਾਲਮ ਕੌਣ ਹੈ ਜਿਨਨੇ ਝੁਠਲਾਈਆਂ ਅੱਲਾ ਦੀਆਂ ਆਇਤਾਂ ਤੇ ਕਤਰਾ ਗਿਆ ਉਹਨਾਂ ਤੋਂ। ਹੁਣ ਅਸੀਂ ਸਜ਼ਾ ਦੇਾਂਗੇ ਉਹਨਾਂ ਨੂੰ ਜਿਹੜੇ ਕਤਰਾ ਜਾਂਦੇ ਨੇ ਸਾਡੀਆਂ ਆਇਤਾਂ ਤੋਂ, ਬੁਰਾ ਅਜ਼ਾਬ ਬਦਲੇ ਉਹਨਾਂ ਦੇ ਕਤਰਾਂਦਿਆਂ ਰਹਿਣ ਦੇ। ਕੁਝ ਹੋਰ ਨਹੀਂ ਉਡੀਕਦੇ, ਪਰ ਇਹ ਜੋ ਆਵਣ ਉਹਨਾਂ ਕੋਲ ਫਰਿਸ਼ਤੇ ਜਾਂ ਆਵੇ ਰੱਬ ਤੇਰਾ ਜਾਂ ਆਵੇ ਤੇਰੇ ਰੱਬ ਦੀ ਭੇਜੀ ਨਿਸ਼ਾਨੀਆਂ ਵਿੱਚੋਂ ਕੋਈ ਨਿਸ਼ਾਨੀ। ਜਿਸ ਦਿਨ ਆਵੇਗੀ ਤੇਰੇ ਰੱਬ ਦੀ ਭੇਜੀ ਨਿਸ਼ਾਨੀਆਂ ਵਿੱਚੋਂ ਕੋਈ ਨਿਸ਼ਾਨੀ, ਤਦ ਨਫਾ ਨਾ ਦੇਗਾ ਕਿਸੇ ਨੂੰ ਮੰਨਣਾ ਉਸਦਾ ਜਿਸ ਪਹਿਲੇ ਨਹੀਂ ਸੀ ਮੰਨਿਆ ਜਾਂ ਨਹੀਂ ਸੀ ਖੱਟੀ ਆਪਣੇ ਈਮਾਨ ਵਿੱਚ ਕੁਝ ਨੇਕੀ। ਤੁਸੀਂ ਆਖੋ ਤੁਸੀਂ ਵੀ ਉਡੀਕੋ, ਅਸੀਂ ਵੀ ਜ਼ਰੂਰ ਉਡੀਕਨੇ ਆ। ਜਿੰਨਾ ਫੁੱਟ ਪਾਈ ਆਪਣੇ ਦੀਨ ਵਿੱਚ ਤੇ ਹੋ ਗਏ ਧੜੇ ਧੜੇ, ਨਹੀਂ ਤੂੰ ਉਹਨਾਂ ਦੇ ਲੇਖਿਓ ਕਿਸੇ ਗੱਲ ਵਿੱਚ। ਉਹਨਾਂ ਦਾ ਕੰਮ ਹਵਾਲੇ ਹੈ ਨਿਰੇ ਅੱਲਾ ਦੇ, ਫੇਰ ਜਿਤਾਏਗਾ ਉਹਨਾਂ ਨੂੰ ਜੋ ਕਰਦੇ ਸਨ। ਜਿਹੜਾ ਲਿਆਇਆ ਇੱਕ ਨੇਕੀ ਤਾਂ ਉਹਦੇ ਲਈ ਨੇ 10 ਉਹੋ ਜਿਹੀਆਂ, ਤੇ ਜਿਹੜਾ ਲਿਆਇਆ ਇੱਕ ਬੁਰਿਆਈ ਸੋ ਨਾ ਸਜ਼ਾ ਪਾਏਗਾ ਪਰ ਉਹਦੇ ਜਿੰਨੀ, ਤੇ ਉਹਨਾਂ ਨਾਲ ਜ਼ੁਲਮ ਨਹੀਂ ਹੋਏਗਾ। ਤੂੰ ਆਖ ਮੈਨੂੰ ਰਾਹ ਪਾਇਆ ਮੇਰੇ ਰੱਬ ਨੇ ਸਿੱਧੇ ਰਾਹ, ਦੀਨ ਸਹੀ, ਦੀਨ ਇਬਰਾਹੀਮ ਦੇ ਜੋ ਇੱਕ ਤਰਫਾ ਹੈ ਤੇ ਨਹੀਂ ਸੀ ਸ਼ਿਰਕ ਕਰਨ ਵਾਲਿਆਂ ਥੀ। ਤੂੰ ਆਖ ਮੇਰੀ ਨਮਾਜ਼ ਤੇ ਮੇਰੀ ਕੁਰਬਾਨੀ ਤੇ ਮੇਰਾ ਜਿਉਣਾ ਤੇ ਮੇਰਾ ਮਰਨਾ ਸਭ ਅੱਲਾ ਵਾਸਤੇ ਹੈ ਜੋ ਪਾਲਣਹਾਰ ਹੈ ਸਾਰੇ ਜਗ ਦਾ, ਜਿਸ ਦਾ ਕੋਈ ਸ਼ਰੀਕ ਨਹੀਂ, ਤੇ ਇਸੇ ਦਾ ਮੈਨੂੰ ਹੁਕਮ ਹੋਇਆ ਹੈ ਤੇ ਮੈਂ ਸਭ ਦੇ ਪਹਿਲਾਂ ਫਰਮਾਬਰਦਾਰ ਹਾਂ। ਤੂੰ ਆਖ ਭਲਾ ਸਵਾ ਅੱਲਾ ਦੇ ਢੂੰਡਾਂ ਮੈਂ ਕੋਈ ਪਾਲਣ ਵਾਲਾ, ਤੇ ਉਹ ਪਾਲਣ ਵਾਲਾ ਹੈ ਹਰ ਚੀਜ਼ ਦਾ, ਤੇ ਨਹੀਂ ਕਮਾਉਂਦਾ ਕੋਈ ਸ਼ਖਸ ਪਰ ਆਪਣੇ ਸਿਰ ਉੱਤੇ, ਤੇ ਨਾ ਭਾਰ ਚੁੱਕੇਗਾ ਕੋਈ ਭਾਰ ਚੁੱਕਣ ਵਾਲਾ ਭਾਰ ਦੂਸਰੇ ਦਾ। ਫਿਰ ਤੁਹਾਡੇ ਰੱਬ ਵੱਲ ਮੁੜਨਾ ਤੁਹਾਡਾ, ਸੋ ਉਹ ਜਿਤਾਵੇਗਾ ਤੁਹਾਨੂੰ ਜਿਸ ਵਿੱਚ ਤੁਸੀਂ ਇਖਤਲਾਫ ਕਰਦੇ ਰਹੇ ਹੋ। ਤੇ ਉਹੋ ਹੀ ਹੈ ਜਿਨ ਬਣਾਇਆ ਤੁਹਾਨੂੰ ਖਲੀਫੇ ਜ਼ਮੀਨ ਦੇ ਤੇ ਉੱਚੇ ਕੀਤੇ ਇਕਨਾਂ ਉੱਤੇ ਦਰਜੇ, ਤੇ ਅਜ਼ਮਾਵੇ ਤੁਹਾਨੂੰ ਆਪਣੇ ਦਿੱਤੇ ਵਿੱਚ। ਤੇਰਾ ਰੱਬ ਜ਼ਰੂਰ ਸ਼ਤਾਬੀ ਅਜ਼ਾਬ ਕਰਨ ਵਾਲਾ ਹੈ ਤੇ ਉਹ ਜ਼ਰੂਰ ਹੀ ਪਰਦਾ ਢਕਣੇ ਵਾਲਾ ਬੜਾ ਮਿਹਰਬਾਨ ਵੀ ਹੈ। ਸ਼ੁਰੂ ਅੱਲਾ ਦੇ ਨਾਮ ਨਾਲ, ਨਿਹਾਇਤ ਤਰਸ ਕਰਨ ਵਾਲਾ, ਬਹੁਤ ਮਿਹਰ ਕਰਨ ਵਾਲਾ। ਅਲਿਫ ਲਾਮ ਮੀਮ ਸਵਾਦ। ਇਹ ਕਿਤਾਬ ਹੈ ਜੋ ਉਤਰੀ ਹੈ ਤੇਰੇ ਵੱਲ, ਸੋ ਨਾ ਹੋਵੇ ਤੇਰੇ ਜੀਵ ਵਿੱਚ ਤੰਗੀ ਇਸ ਤੋਂ, ਤਾਂ ਤੂੰ ਡਰਾਵੇਂ ਇਸ ਨਾਲ ਤੇ ਨਸੀਹਤ ਕਰੇ ਇਮਾਨਦਾਰਾਂ ਨੂੰ। ਲੋਗੋ ਤੁਰੋ ਉਸ ਹੁਕਮ ਉੱਤੇ ਜੋ ਉਤਰਿਆ ਤੁਸਾਂ ਵੱਲ ਤੁਹਾਡੇ ਰੱਬ ਵੱਲੋਂ, ਤੇ ਮਗਰ ਨਾ ਤੁਰੋ ਸਵਾ ਉਸ ਦੇ ਦੂਜਿਆਂ ਸਰਪ੍ਰਸਤਾਂ ਦੇ, ਪਰ ਤੁਸੀਂ ਬਹੁਤ ਥੋੜਾ ਧਿਆਨ ਕਰਦੇ ਹੋ। ਤੇ ਕਿਤਨੀਆਂ ਹੀ ਬਸਤੀਆਂ ਅਸਾਂ ਬਰਬਾਦ ਕਰ ਦਿੱਤੀਆਂ, ਫੇਰ ਪਹੁੰਚਿਆ ਉਹਨਾਂ ਨੂੰ ਅਜ਼ਾਬ ਸਾਡਾ ਰਾਤੋਂ ਰਾਤ, ਜਾਂ ਉਹਨਾਂ ਦੁਪਹਿਰੀ ਸੁੱਤਿਆਂ ਨੂੰ। ਫੇਰ ਕੁਝ ਨਹੀਂ ਸੀ ਬੋਲਣਾ ਉਹਨਾਂ ਦਾ ਜਦ ਪਹੁੰਚਿਆ ਉਹਨਾਂ ਨੂੰ ਅਜ਼ਾਬ ਸਾਡਾ। ਪਰ ਇਹੋ ਜੋ ਆਖਿਓ ਨੇ ਭਈ ਅਸੀਂ ਜ਼ਰੂਰ ਜ਼ਾਲਮ ਸਾਂ, ਤੇ ਜ਼ਰੂਰ ਅਸਾਂ ਖਲਕ ਕੀਤਾ ਤੁਹਾਨੂੰ, ਫੇਰ ਅਸਾਂ ਸੂਰਤ ਬਣਾਈ ਤੁਹਾਡੀ। ਫੇਰ ਅਸਾਂ ਆਖਿਆ ਫਰਿਸ਼ਤਿਆਂ ਨੂੰ ਸਜਦਾ ਕਰੋ ਆਦਮ ਨੂੰ, ਤਾਂ ਸਜਦਾ ਕੀਤੋ ਨੇ, ਪਰ ਸ਼ੈਤਾਨ ਨਾ ਹੋਇਆ ਸਜਦਾ ਕਰਨ ਵਾਲਿਆਂ ਵਿੱਚੋਂ। ਅੱਲਾ ਨੇ ਫਰਮਾਇਆ ਕਿਹਨੇ ਰੋਕਿਆ ਤੈਨੂੰ ਸਜਦਾ ਕਰਨਿਓ ਜਦ ਮੈਂ ਤੈਨੂੰ ਹੁਕਮ ਕਰ ਚੁੱਕਾਂ। ਸ਼ੈਤਾਨ ਆਖਣ ਲੱਗਾ ਮੈਂ ਚੰਗਾ ਉਸ ਨਾਲੋਂ, ਬਣਾਇਆ ਹੀ ਮੈਨੂੰ ਅੱਗ ਤੋਂ ਤੇ ਬਣਾਇਆ ਹੀ ਉਹਨੂੰ ਮਿੱਟੀ ਤੋਂ। ਫਰਮਾਇਆ ਤਾਂ ਉਤਰ ਜਾ ਇੱਥੋਂ, ਫੇਰ ਤੈਨੂੰ ਰਵਾ ਨਹੀਂ ਹੈ ਜੋ ਉਚਾਈ ਕਰੇ ਇੱਥੇ, ਸੋ ਨਿਕਲ ਜਾ, ਤੂੰ ਜ਼ਰੂਰ ਬੇਇੱਜ਼ਤਾਂ ਵਿੱਚੋਂ ਹੈ। ਆਖਣ ਲੱਗਾ ਮੈਨੂੰ ਮੋਹਲਤ ਦੇ ਉਸ ਦਿਨ ਤੱਕ ਜਦ ਮੋਏ ਉੱਠਣਗੇ। ਫਰਮਾਇਆ ਤੂੰ ਵੀ ਜ਼ਰੂਰ ਉਹਨਾਂ ਵਿੱਚੋਂ ਹੈ ਜਿਨ੍ਹਾਂ ਨੂੰ ਮੋਹਲਤ ਮਿਲ ਗਈ। ਆਖਿਓ ਸੂ ਫਿਰ ਤੇਰੇ ਮੈਨੂੰ ਗੁੰਮਰਾਹ ਕਰਨੇ ਦੇ ਸਬਬੋਂ ਜ਼ਰੂਰ ਮੈਂ ਬੈਠਾਂਗਾ ਘਾਤ ਵਿੱਚ ਉਹਨਾਂ ਲਈ ਤੇਰੇ ਸਿੱਧੇ ਰਾਹ ਉੱਤੇ। ਫਿਰ ਮੈਂ ਜ਼ਰੂਰ ਉਹਨਾਂ ਕੋਲ ਆਵਾਂਗਾ, ਉਹਨਾਂ ਦੇ ਅਗਲੇ ਵੱਲੋਂ ਤੇ ਉਹਨਾਂ ਦੇ ਪਿਛਲੇ ਵੱਲੋਂ ਤੇ ਉਹਨਾਂ ਦੇ ਸੱਜਿਓਂ ਤੇ ਉਹਨਾਂ ਦੇ ਖੱਬਿਓਂ, ਤੇ ਨਾ ਵੇਖੇਗਾ ਬਹੁਤੇ ਉਹਨਾਂ ਵਿੱਚੋਂ ਸ਼ੁਕਰਗੁਜ਼ਾਰ। ਫਰਮਾਇਆ ਨਿਕਲ ਜਾ ਇੱਥੋਂ। ਬੁਰਾ ਸੁਣ ਕੇ ਧੱਕੇ ਲੈ ਕੇ ਜ਼ਲੀਲਾ ਠੁਕਰਾਇਆ ਹੋਇਆ ਜਿਹੜਾ ਉਹਨਾਂ ਵਿੱਚੋਂ ਤੇਰੇ ਮਗਰ ਤੁਰੇਗਾ, ਤਾਂ ਮੈਂ ਵੀ ਦੋਜ਼ਖ ਜ਼ਰੂਰ ਭਰਨਾ ਹੈ ਤੁਸਾਂ ਸਾਰਿਆਂ ਨਾਲ। ਤੇ ਇਹ ਆਦਮ ਵਸ ਤੂੰ ਤੇ ਬੀਵੀ ਤੇਰੀ ਬਹਿਸ਼ਤ ਵਿੱਚ। ਫਿਰ ਖਾਓ ਜਿਸ ਤੋਂ ਚਾਹੋ ਤੇ ਨੇੜੇ ਨਾ ਜਾਓ ਐਸ ਦਰਖਤ ਦੇ, ਵਰਨਾ ਹੋ ਜਾਓਗੇ ਜ਼ਾਲਮਾਂ ਥੀ। ਫਿਰ ਵਿਸਵਸਾ ਪਾਇਆ ਉਹਨਾਂ ਨੂੰ ਸ਼ੈਤਾਨ ਨੇ, ਤਾਂ ਨੰਗੇ ਕਰੇ ਉਹਨਾਂ ਅੱਗੇ ਜੋ ਕੱਜੇ ਹੋਏ ਸਨ ਉਹਨਾਂ ਦੀ ਨਜ਼ਰੋਂ ਸਤਰ ਉਹਨਾਂ ਦੇ, ਤੇ ਆਖਿਓ ਸੂ ਨਹੀਂ ਵਰਜਿਆ ਤੁਹਾਨੂੰ ਤੁਹਾਡੇ ਰੱਬ ਨੇ ਇਸ ਦਰਖਤੋਂ, ਪਰ ਤਾਂ ਜੋ ਨਾ ਹੋ ਜਾਓ ਦੋਵੇਂ ਫਰਿਸ਼ਤੇ ਜਾਂ ਹੋ ਜਾਓ ਸਦਾ ਰਹਿਣ ਵਾਲਿਆਂ ਥੀ। ਤੇ ਸਹੁੰ ਖਾਧੀਓ ਸੂ ਉਹਨਾਂ ਦੇ ਅੱਗੇ ਭਾਈ ਮੈਂ ਤੁਹਾਡਾ ਭਲਾ ਚਾਹਣ ਵਾਲਿਆਂ ਵਿੱਚੋਂ ਹਾਂ। ਫੇਰ ਡੇਗ ਦਿੱਤੋ ਸੂ ਉਹਨਾਂ ਨੂੰ ਧੋਖੇ ਨਾਲ,
ਫਿਰ ਜਦ ਚਖਿਓ ਨੇ ਫਲ ਦਰਖਤ ਦਾ, ਜ਼ਾਹਿਰ ਹੋ ਗਏ ਉਹਨਾਂ ਨੂੰ ਸਤਰ ਉਹਨਾਂ ਦੇ, ਤੇ ਲਗੇ ਜੋੜਨੇ ਆਪਣੇ ਜਿਸਮਾਂ ਉੱਤੇ ਪੱਤਰ ਬਹਿਸ਼ਤ ਦੇ। ਤੇ ਆਵਾਜ਼ ਦਿੱਤੀ ਉਹਨਾਂ ਨੂੰ ਉਹਨਾਂ ਦੇ ਰੱਬ ਨੇ, ਭਲਾ ਮੈਂ ਨਹੀਂ ਵਰਜਿਆ ਸੀ ਤੁਹਾਨੂੰ ਇਸ ਦਰਖਤ ਤੋਂ, ਤੇ ਨਹੀਂ ਮੈਂ ਆਖਿਆ ਸੀ ਤੁਹਾਨੂੰ ਭਈ ਸ਼ੈਤਾਨ ਜ਼ਰੂਰ ਤੁਹਾਡਾ ਦੁਸ਼ਮਣ ਹੈ ਜ਼ਾਹਿਰ। ਦੋਵੇਂ ਆਖਣ ਲਗੇ, ਸਾਡਿਆ ਰੱਬਾ, ਅਸਾਂ ਬੁਰਾ ਕੀਤਾ ਆਪਣਾ, ਤੇ ਜੇ ਨਾ ਬਖਸ਼ੇਂਗਾ ਸਾਨੂੰ ਤੇ ਨਾ ਮਿਹਰ ਕਰੇਂਗਾ ਅਸਾਂ ਉੱਤੇ, ਤਾਂ ਅਸੀਂ ਜ਼ਰੂਰ ਹੋ ਜਾਾਂਗੇ ਘਾਟੇ ਵਾਲਿਆਂ ਥੀ। ਫਰਮਾਇਆ ਉੱਤਰ ਜਾਓ, ਇੱਕ ਤੁਹਾਡੇ ਇਕਨਾਂ ਦੇ ਦੁਸ਼ਮਣ ਨੇ, ਤੇ ਤੁਸਾਂ ਲਈ ਜ਼ਮੀਨ ਵਿੱਚ ਠਹਿਰਨਾ ਹੈ ਤੇ ਵਰਤਣਾ ਇੱਕ ਵਕਤ ਤੀ। ਫਰਮਾਇਆ ਉੱਥੇ ਹੀ ਤੁਸਾਂ ਜਿਉਣਾ ਹੈ ਤੇ ਉੱਥੇ ਹੀ ਤੁਸਾਂ ਮਰਨਾ ਹੈ ਤੇ ਉੱਥੋਂ ਹੀ ਤੁਸਾਂ ਨਿਕਲਣਾ ਹੈ। ਐ ਆਦਮ ਦੀ ਔਲਾਦ, ਅਸਾਂ ਉਤਾਰੀ ਤੁਸਾਂ ਉੱਤੇ ਪੋਸ਼ਾਕ ਜੋ ਕੱਜੇ ਸਤਰ ਤੁਹਾਡੇ, ਤੇ ਪੋਸ਼ਾਕ ਸੋਪਣ ਦੀ ਤੇ ਪੋਸ਼ਾਕ ਪਰਹੇਜ਼ਗਾਰੀ ਦੀ, ਉਹ ਹੀ ਸਭ ਤੋਂ ਚੰਗੀ ਹੈ। ਇਹ ਨੇ ਕੁਦਰਤਾਂ ਅੱਲਾ ਦੀਆਂ, ਤਾਂ ਉਹ ਮਤ ਲੈਣ। ਐ ਆਦਮ ਦੀ ਔਲਾਦ, ਸ਼ੈਤਾਨ ਤੁਹਾਡਾ ਰਾਹ ਨਾ ਮਾਰੇ, ਜਿਉਂ ਕੱਢਿਓ ਸੂ ਤੁਹਾਡੇ ਮਾਪਿਆਂ ਨੂੰ ਬਹਿਸ਼ਤੋਂ ਲਾ ਕੇ। ਉਹਨਾਂ ਉਤੋਂ ਪੋਸ਼ਾਕ ਉਹਨਾਂ ਦੀ, ਤਾਂ ਵਿਖਾਏ ਉਹਨਾਂ ਨੂੰ ਸਤਰ ਉਹਨਾਂ ਦੇ। ਉਹ ਵੇਖਦਾ ਹੈ ਤੁਹਾਨੂੰ ਤੇ ਉਹਦਾ ਲਸ਼ਕਰ, ਜਿੱਥੋਂ ਤੁਸੀਂ ਨਹੀਂ ਵੇਖਦੇ ਹੋ ਉਹਨਾਂ ਨੂੰ। ਅਸਾਂ ਬਣਾ ਦਿੱਤੇ ਨੇ ਸ਼ੈਤਾਨ ਯਾਰ ਉਹਨਾਂ ਦੇ, ਜਿਹੜੇ ਨਹੀਂ ਮੰਨਦੇ। ਤੇ ਜਦ ਕਰਦੇ ਨੇ ਗੰਦਾ ਕੰਮ, ਆਖਦੇ ਨੇ ਅਸਾਂ ਡਿੱਠੇ ਨੇ ਇਸ ਉੱਤੇ ਪਿਓ ਦਾਦੇ ਆਪਣੇ, ਤੇ ਅੱਲਾ ਨੇ ਹੁਕਮ ਕੀਤਾ ਸਾਨੂੰ ਇਸ ਦਾ। ਤੂੰ ਆਖ, ਅੱਲਾ ਜ਼ਰੂਰ ਨਹੀਂ ਹੁਕਮ ਕਰਦਾ ਗੰਦੇ ਕੰਮ ਦਾ, ਕਿਉਂ ਝੂਠ ਆਖਦੇ ਹੋ ਅੱਲਾ ਉੱਤੇ ਜੋ ਨਹੀਂ ਜਾਣਦੇ ਹੋ। ਤੂੰ ਆਖ, ਹੁਕਮ ਕੀਤਾ ਮੇਰੇ ਰੱਬ ਨੇ ਇਨਸਾਫ ਕਰਨ ਦਾ, ਤੇ ਸਿੱਧੇ ਕਰੋ ਮੂੰਹ ਆਪਣੇ ਵਕਤ ਨਮਾਜ਼ ਦੇ, ਤੇ ਪੂਜੋ ਉਸ ਨੂੰ ਨਿਖੇੜ ਕੇ ਉਹਦੇ ਲਈ ਬੰਦਗੀ, ਜਿਉਂ ਹੁਣ ਬਣਾਇਆ ਸੂ ਤੁਹਾਨੂੰ ਦੁਬਾਰਾ ਬਣੋਗੇ। ਇਕਨਾਂ ਨੂੰ ਰਾਹ ਪਾਇਓ ਸੂ, ਤੇ ਇਕਨਾਂ ਦੇ ਜ਼ਿੰਮੇ ਠੀਕ ਬੈਠੀ ਗੁੰਮਰਾਹੀ। ਉਹਨਾਂ ਨੇ ਜ਼ਰੂਰ ਪਕੜਿਆ ਸ਼ੈਤਾਨਾਂ ਨੂੰ ਯਾਰ ਸਵਾ ਅੱਲਾ ਦੇ, ਤੇ ਜਾਣਦੇ ਨੇ ਆਪਣੇ ਆਪ ਨੂੰ ਜ਼ਰੂਰ ਰਾਹ ਪਏ ਹੋਏ। ਐ ਆਦਮ ਦੀ ਔਲਾਦ, ਪਕੜੋ ਸੋਹਣੀ ਪੋਸ਼ਾਕ ਆਪਣੀ ਵਕਤ ਹਰ ਨਮਾਜ਼ ਦੇ, ਤੇ ਖਾਓ ਤੇ ਪੀਓ ਤੇ ਮਨਾ ਕੀਤੇ ਕੰਮਾਂ ਵਿੱਚ ਨਾ ਉਡਾਓ। ਉਹਨੂੰ ਜ਼ਰੂਰ ਨਹੀਂ ਪਾਉਂਦੇ ਉਡਾਉਣ ਵਾਲੇ। ਹਬੀਬ ਤੁਸੀਂ ਆਖੋ, ਕਿਹਨੇ ਹਰਾਮ ਕੀਤੀ ਹੈ ਸੋਹਣੀ ਪੋਸ਼ਾਕ ਜਿਹੜੀ ਬਣਾਈ ਹੈ ਅੱਲਾ ਆਪਣੇ ਬੰਦਿਆਂ ਲਈ, ਤੇ ਕਿਸ ਮਨਾ ਕੀਤਾ ਸਵਾਦਲੀਆਂ ਚੀਜ਼ਾਂ ਖਾਣ ਤੋਂ? ਆਖੋ ਸਭ ਬਣੀਆਂ ਨੇ ਇਮਾਨਦਾਰਾਂ ਵਾਸਤੇ ਵਿੱਚ ਜ਼ਿੰਦਗਾਨੀ ਦੁਨੀਆ ਦੇ। ਜਦ ਵੇਲਾ ਲੰਘ ਜਾਏਗਾ ਤਦ ਨਿਰੀਆਂ ਇਮਾਨਦਾਰਾਂ ਵਾਸਤੇ ਰਹਿ ਜਾਣਗੀਆਂ ਦਿਨ ਕਿਆਮਤ ਦੇ। ਇਸੇ ਤਰ੍ਹਾਂ ਅਸੀਂ ਜੁਦਾ ਜੁਦਾ ਬਿਆਨ ਕਰਨੇ ਪਤੇ ਜਾਣਨੇ ਵਾਲੇ ਲੋਕਾਂ ਵਾਸਤੇ। ਹਬੀਬ ਤੁਸੀਂ ਆਖੋ, ਹਰਾਮ ਕੀਤੇ ਨੇ ਮੇਰੇ ਰੱਬ ਨੇ ਨਿਰੇ ਬੇਸ਼ਰਮੀ ਦੇ ਕੰਮ, ਜੋ ਜ਼ਾਹਿਰ ਨੇ ਉਹਨਾਂ ਵਿੱਚੋਂ ਤੇ ਜੋ ਛੁਪੇ ਨੇ, ਤੇ ਗੁਨਾਹ ਤੇ ਵਾਅਦਾ ਕਰਨਾ ਨਾ ਹੱਕ ਦਾ, ਤੇ ਇਹ ਜੋ ਬਰਾਬਰ ਕਰੋ ਅੱਲਾ ਨਾਲ ਜਿਸ ਦੇ ਸ਼ਰੀਕ ਕਰਨੇ ਦੀ ਦਲੀਲ ਨਹੀਂ ਸੂ ਉਤਾਰੀ, ਤੇ ਇਹ ਜੋ ਝੂਠ ਆਖੋ ਅੱਲਾ ਉੱਤੇ ਜੋ ਨਹੀਂ ਜਾਣਦੇ ਹੋ। ਤੇ ਹਰ ਇੱਕ ਉਮਤ ਦਾ ਇੱਕ ਵਕਤ ਬੱਧਾ ਹੋਇਆ ਹੈ, ਫਿਰ ਜਦ ਆ ਚੁੱਕਾ ਵਕਤ ਉਹਨਾਂ ਦਾ, ਨਾ ਪਛੇਰੇ ਹਟਦੇ ਨੇ ਇੱਕ ਘੜੀ ਤੇ ਨਾ ਅਗੇਰੇ ਵੱਧਦੇ ਨੇ। ਐ ਔਲਾਦ ਆਦਮ ਦੀ, ਜੇ ਪਹੁੰਚਣਗੇ ਤੁਹਾਨੂੰ ਪੈਗੰਬਰ ਤੁਸਾਂ ਵਿੱਚੋਂ, ਬਿਆਨ ਕਰਦੇ ਤੁਸਾਂ ਅੱਗੇ ਮੇਰੀਆਂ ਆਇਤਾਂ, ਫਿਰ ਜਿਹੜਾ ਬਚਿਆ ਤੇ ਸਵਾਰਿਆ, ਤਾਂ ਨਾ ਕੁਝ ਡਾਰੇ ਉਹਨਾਂ ਨੂੰ ਤੇ ਨਾ ਉਹ ਝੁਰਨਗੇ। ਤੇ ਜਿੰਨਾ ਝੁਠਲਾਈਆਂ ਸਾਡੀਆਂ ਆਇਤਾਂ ਤੇ ਸਰਕਸ਼ੀ ਕੀਤੀ ਉਹਨਾਂ ਦੇ ਮੰਨਣੇ ਤੋਂ, ਉਹ ਨੇ ਅੱਗ ਦੇ ਰਹਿਣ ਵਾਲੇ, ਉਹਨਾਂ ਉੱਤੇ ਸਦਾ ਰਹਿਣਾ ਹੈ। ਫਿਰ ਉਸ ਨਾਲੋਂ ਵੱਡਾ ਜ਼ਾਲਮ ਕੌਣ ਹੈ ਜਿਨ ਜੋੜਿਆ ਅੱਲਾ ਉੱਤੇ ਝੂਠ ਜਾਂ ਝੁਠਲਾਈਆਂ ਉਹਦੀਆਂ ਆਇਤਾਂ। ਉਹਨਾਂ ਨੂੰ ਪਹੁੰਚੂਗਾ ਹਿੱਸਾ ਉਹਨਾਂ ਦਾ ਆਪਣੇ ਲੇਖ ਤੋਂ। ਇੱਥੋਂ ਤੀਕ ਜੋ ਜਦ ਆਉਣਗੇ ਉਹਨਾਂ ਕੋਲ ਭੇਜੇ ਹੋਏ ਸਾਡੇ ਫਰਿਸ਼ਤੇ ਜਾਨ ਕੱਢਦੇ ਉਹਨਾਂ ਦੇ, ਪੁੱਛਣਗੇ ਕਿੱਥੇ ਨੇ ਜਿਨ੍ਹਾਂ ਨੂੰ ਤੁਸੀਂ ਸਾਦੇ ਹੁੰਦੇ ਸੋ ਸਵਾ ਅੱਲਾ ਦੇ, ਆਖਦੇ ਹੁੰਦੇ ਸੋ ਆਓ ਸਾਨੂੰ ਬੋੜੋ, ਹੁਣ ਸੱਦੋ ਨੇ ਤੁਹਾਨੂੰ ਬੋੜਨ। ਆਖਣਗੇ ਓਲੇ ਹੋ ਗਏ ਨੇ ਸਾਥੋਂ, ਤੇ ਖੁਦ ਗਵਾਹੀ ਦਿੱਤੀ ਉਹਨੇ ਆਪਣੀਆਂ ਜਾਨਾਂ ਉੱਤੇ ਭਈ ਉਹ ਆਪ ਜ਼ਰੂਰ ਬੇਈਮਾਨ ਸਨ। ਅੱਲਾ ਫਰਮਾਏਗਾ, ਅੱਗ ਵਿੱਚ ਚੱਲ ਵੜੋ ਰਲ ਕੇ ਉਮਤਾਂ ਵਿੱਚ ਜੋ ਗੁਜ਼ਰੀਆਂ ਨੇ ਪਹਿਲੇ ਤੁਸਾਂ ਤੋਂ, ਜਿੰਨਾਂ ਤੇ ਆਦਮੀਆਂ ਦੀਆਂ। ਜਿਸ ਵਾਰੀ ਵੜੇਗੀ ਕੋਈ ਉਮਤ, ਫਟਕਾਰੇਗੀ ਦੂਸਰੀ ਆਪਣੇ ਜਈ ਨੂੰ। ਇੱਥੋਂ ਤੀਕ ਜੋ ਜਦ ਮਿਲ ਪੈਣਗੇ ਉੱਥੇ ਸਾਰੇ, ਆਖੇਗੀ ਪਿਛਲੀ ਉਹਨਾਂ ਦੀ ਪਹਿਲੀ ਵਾਸਤੇ, ਸਾਡਿਆ ਰੱਬਾ ਇਹਨਾਂ ਨੇ ਰਾਹ ਮਾਰਿਆ ਸੀ ਸਾਡਾ, ਸੋ ਦੇ ਇਹਨਾਂ ਨੂੰ ਅਜ਼ਾਬ ਦੂਣਾ ਅੱਗ ਦਾ। ਫਰਮਾਇਆ ਹਰ ਇੱਕ ਨੂੰ ਦੂਣਾ ਹੈ, ਪਰ ਤੁਸੀਂ ਨਹੀਂ ਜਾਣਦੇ। ਤੇ ਆਖਿਆ ਪਹਿਲੀ ਉਹਨਾਂ ਦੀ ਨੇ ਪਿਛਲੀ ਉਹਨਾਂ ਦੀ ਨੂੰ, ਤਾਂ ਨਹੀਂ ਹੈ ਤੁਸਾਂ ਵਿੱਚ ਸਾਡੇ ਨਾਲੋਂ ਕੁਛ ਵਡਿਆਈ, ਸੋ ਚੱਖੋ ਅਜ਼ਾਬ ਬਦਲੇ ਉਸ ਦੇ ਜੋ ਕਮਾਉਂਦੇ ਸੋ। ਜਿਨ੍ਹਾਂ ਝੁਠਲਾਈਆਂ ਸਾਡੀਆਂ ਆਇਤਾਂ ਤੇ ਉਚਾਈ ਕੀਤੀ ਉਹਨਾਂ ਦੇ ਮੰਨਣੇ ਤੋਂ, ਜ਼ਰੂਰ ਨਾ ਖੁੱਲਣਗੇ ਉਹਨਾਂ ਲਈ ਦਰਵਾਜ਼ੇ ਆਸਮਾਨਾਂ ਦੇ,
ਤੇ ਨਾ ਵੜਨਗੇ ਬਹਿਸ਼ਤ ਵਿੱਚ ਜਦ ਤੀਕ ਵੜੇ ਨਾ ਊਂਠ ਸੂਈ ਦੇ ਨੱਕੇ ਵਿੱਚ। ਤੇ ਇਸੇ ਤਰ੍ਹਾਂ ਅਸੀਂ ਸਜ਼ਾ ਦਿਆਂਗੇ ਗੁਨਾਹਗਾਰਾਂ ਨੂੰ। ਉਹਨਾਂ ਲਈ ਦੋਜ਼ਖ ਦਾ ਵਿਛਾਉਣਾ ਤੇ ਉੱਤੋਂ ਉਹਨਾਂ ਦੇ ਦੋਜ਼ਖ ਦਾ ਓੜਨਾ ਵੀ ਹੈ। ਤੇ ਇਸੇ ਤਰ੍ਹਾਂ ਅਸੀਂ ਸਜ਼ਾ ਦਿੰਦੇ ਹਾਂ ਜ਼ਾਲਮਾਂ ਨੂੰ। ਤੇ ਜਿਨ੍ਹਾਂ ਮੰਨਿਆ ਤੇ ਕੀਤੀਆਂ ਭਲਾਈਆਂ ਅਸੀਂ ਕੰਮ ਨਹੀਂ ਦੱਸਦੇ ਕਿਸੇ ਨੂੰ, ਪਰ ਉਹਦੀ ਤਾਕਤ ਸਿਰ ਉਹ ਨੇ ਬਹਿਸ਼ਤ ਵਾਲੇ, ਉਹਨਾਂ ਉੱਥੇ ਸਦਾ ਰਹਿਣਾ ਹੈ। ਤੇ ਨਿਕਾਲ ਦਿਆਂਗੇ ਅਸੀਂ ਜੋ ਉਹਨਾਂ ਦੇ ਜੀਆਂ ਵਿੱਚ ਕੁਝ ਗੁੱਸਾ ਇੱਕ ਦੂਜੇ ਦੇ ਖਿਲਾਫ ਵਗਦੀਆਂ ਨੇ ਹੇਠ ਉਹਨਾਂ ਦੇ ਨਹਿਰਾਂ, ਤੇ ਆਖਣਗੇ ਸਭ ਸੋਭਾ ਅੱਲਾ ਹੀ ਦੀ ਏ ਜਿਨ ਰਾਹ ਪਾਇਆ ਸਾਨੂੰ ਇਸ ਦੇ, ਤੇ ਅਸੀਂ ਨਹੀਂ ਸਾਂ ਰਾਹ ਪੈਣ ਜੋਗੇ, ਜੇ ਕਦੇ ਨਾ ਰਾਹ ਪਾਉਂਦਾ ਸਾਨੂੰ ਅੱਲਾ। ਜ਼ਰੂਰ ਲਿਆਏ ਸੀ ਪੈਗੰਬਰ ਸਾਡੇ ਰੱਬ ਦੇ ਸੱਚੀ ਗੱਲ। ਤੇ ਆਵਾਜ਼ ਆਵੇਗੀ, ਭਾਈ ਇਹ ਜੇ ਬਹਿਸ਼ਤ ਜੋ ਵਿਰਸਾ ਮਿਲੀ ਤੁਹਾਨੂੰ, ਬਦਲੇ ਉਸ ਦੇ ਜੋ ਤੁਸੀਂ ਕਰਦੇ ਸੋ। ਤੇ ਆਵਾਜ਼ ਮਾਰੀ ਬਹਿਸ਼ਤ ਵਾਲਿਆਂ ਨੇ ਦੋਜ਼ਖ ਵਾਲਿਆਂ ਨੂੰ, ਭਾਈ ਅਸਾਂ ਸੱਚ ਵੇਖ ਲਿਆ ਹੈ ਜੋ ਵਾਅਦਾ ਦਿੱਤਾ ਸੀ ਸਾਨੂੰ ਸਾਡੇ ਰੱਬ ਨੇ। ਫੇਰ ਭਲਾ ਤੁਸਾਂ ਵੀ ਸੱਚਾ ਵੇਖਿਆ ਜੋ ਵਾਅਦਾ ਦਿੱਤਾ ਸੀ ਤੁਹਾਨੂੰ ਤੁਹਾਡੇ ਰੱਬ ਨੇ? ਆਖਿਓ ਨੇ ਹਾਂ। ਫੇਰ ਆਵਾਜ਼ ਮਾਰੀ, ਇੱਕ ਆਵਾਜ਼ ਮਾਰਨ ਵਾਲੇ ਨੇ ਉਹਨਾਂ ਵਿੱਚੋਂ, ਭਾਈ ਫਿਟਕਾਰ ਹੈ ਅੱਲਾ ਦੀ ਜ਼ਾਲਮਾਂ ਨੂੰ, ਜਿਹੜੇ ਰੋਕਦੇ ਸਨ ਅੱਲਾ ਦੇ ਰਾਹ ਤੇ ਢੂੰਡਦੇ ਸਨ ਉਸ ਵਿੱਚ ਡਿੰਗਿਆਈ, ਤੇ ਉਹ ਆਖਰਤ ਦੇ ਮੁਨਕਰ ਸਨ। ਤੇ ਵਿਚਕਾਰ ਦੋਵਾਂ ਦੇ ਕੰਧ ਤੇ ਕੰਧ ਉੱਤੇ ਮਰਦ ਨੇ, ਪਛਾਣਦੇ ਨੇ ਹਰ ਇੱਕ ਨੂੰ ਉਹਨਾਂ ਦੀ ਨਿਸ਼ਾਨੀ ਨਾਲ। ਤੇ ਆਵਾਜ਼ ਮਾਰੀ ਨੇ ਬਹਿਸ਼ਤ ਵਾਲਿਆਂ ਨੂੰ, ਭਾਈ ਸਲਾਮ ਅਲੈਕਮ। ਇਹ ਲੋਕ ਵੜੇ ਤੇ ਨਹੀਂ ਬਹਿਸ਼ਤ ਵਿੱਚ, ਪਰ ਉਹ ਆਸ ਰੱਖਦੇ ਨੇ। ਤੇ ਜਦ ਫਿਰੀ ਨਿਗਾਹ ਉਹਨਾਂ ਦੀ ਦੋਜ਼ਖ ਵਾਲਿਆਂ ਵੱਲ, ਆਖਿਓ ਨੇ ਸਾਡਿਆ ਰੱਬਾ ਨਾ ਕਰ ਸਾਨੂੰ ਨਾਲ ਇਹਨਾਂ ਜ਼ਾਲਮਾਂ ਲੋਕਾਂ ਦੇ। ਤੇ ਆਵਾਜ਼ ਮਾਰੀ ਆਰਾਫ ਵਾਲਿਆਂ ਨੇ ਕੁਝ ਦੋਜ਼ਖੀ ਮਰਦਾਂ ਨੂੰ ਜਿਨ੍ਹਾਂ ਨੂੰ ਪਛਾਣਦੇ ਨੇ ਉਹਨਾਂ ਦੀ। ਤੇ ਆਵਾਜ਼ ਮਾਰੀ ਦੋਜ਼ਖ ਵਾਲਿਆਂ ਨੇ ਬਹਿਸ਼ਤ ਵਾਲਿਆਂ ਨੂੰ, ਭਾਈ ਵਹਾਓ ਸਾਡੇ ਉੱਤੇ ਇੱਕ ਘੁੱਟ ਪਾਣੀ ਦਾ, ਜਾਂ ਹੋਰ ਕੁਝ ਜੋ ਦਿੱਤਾ ਹੈ ਤੁਹਾਨੂੰ ਅੱਲਾ ਨੇ। ਆਖਿਓ ਨੇ ਅੱਲਾ ਨੇ ਇਹ ਦੋਵੇਂ ਹਰਾਮ ਕੀਤੇ ਨੇ ਬੇਈਮਾਨਾਂ ਉੱਤੇ, ਜਿਨ੍ਹਾਂ ਪਕੜਿਆ ਹੈ ਦੀਨ ਆਪਣਾ ਤਮਾਸ਼ਾ ਤੇ ਖੇਡ, ਤੇ ਧੋਖਾ ਦਿੱਤਾ ਉਹਨਾਂ ਨੂੰ ਦੁਨੀਆ ਦੇ ਜਿਉਣੇ ਨੇ। ਸੋ ਅੱਜ ਅਸੀਂ ਭੁਲਾ ਛੱਡਾਂਗੇ ਉਹਨਾਂ ਨੂੰ ਜਿਵੇਂ ਬਸਾਰ ਛੱਡਿਓ ਨੇ ਮਿਲਣਾ ਆਪਣੇ ਇਸ ਦਿਨ ਦਾ। ਤੇ ਜਿਉਂ ਉਹ ਸਾਡੀਆਂ ਆਇਤਾਂ ਦਾ ਇਨਕਾਰ ਕਰਦੇ ਸਨ, ਤੇ ਜ਼ਰੂਰ ਪਹੁੰਚਾ ਦਿੱਤੀ ਅਸਾਂ ਉਹਨਾਂ ਨੂੰ ਕਿਤਾਬ, ਜਿਸ ਨੂੰ ਅਸਾਂ ਜੁਦਾ ਜੁਦਾ ਬਿਆਨ ਕੀਤਾ ਹੈ ਆਪਣੇ ਇਲਮ ਨਾਲ, ਹਦਾਇਤ ਤੇ ਮਿਹਰ ਵਾਸਤੇ ਲੋਕਾਂ ਮੰਨਣ ਵਾਲਿਆਂ ਦੇ। ਨਹੀਂ ਉਡੀਕਦੇ ਨੇ ਪਰ ਸੱਚਾ ਨਿਕਲਣਾ ਕੁਰਾਨ ਦਾ, ਜਿਸ ਦਿਨ ਆਵੇਗਾ ਸੱਚਾ ਨਿਕਲਣਾ ਉਸ ਦਾ। ਆਖਣਗੇ ਜਿੰਨਾ ਭੁਲਾ ਛੱਡਿਆ ਸੀ ਉਸ ਨੂੰ ਪਹਿਲੇ ਤੋਂ, ਜ਼ਰੂਰ ਲਿਆਏ ਸੀ ਪੈਗੰਬਰ ਸਾਡੇ ਰੱਬ ਦੇ ਸੱਚੀ ਗੱਲ। ਭਲਾ ਹੁਣ ਕੋਈ ਹੈਨ ਸਾਡੀ ਸ਼ਫਾਅਤ ਕਰਨ ਵਾਲੇ, ਤਾਂ ਸ਼ਫਾਅਤ ਕਰਨ ਸਾਡੀ, ਜਾਂ ਅਸੀਂ ਫੇਰੇ ਜਾਈਏ ਤਾਂ ਕਰੀਏ ਹੋਰ ਕੰਮ ਸਵਾ ਉਸ ਦੇ ਜੋ ਕਰਦੇ ਰਹੇ ਸਾਂ। ਘਾਟੇ ਵਿੱਚ ਪਾ ਦਿੱਤੋ ਨੇ ਜਾਨਾਂ ਆਪਣੀਆਂ, ਤੇ ਭੁੱਲ ਗਿਆ ਉਹਨਾਂ ਨੂੰ ਜੋ ਝੂਠ ਜੋੜਦੇ ਹੁੰਦੇ ਸਨ। ਜ਼ਰੂਰ ਪਾਲਣਹਾਰ ਤੁਹਾਡਾ ਅੱਲਾ ਹੈ, ਜਿਨ ਬਣਾਇਆ ਅਸਮਾਨ ਤੇ ਜ਼ਮੀਨ 6 ਦਿਨ ਵਿੱਚ, ਫਿਰ ਚੜਿਆ ਆਪਣੇ ਤਖਤ ਸਲਤਨਤ ਉੱਤੇ। ਕੱਜਦਾ ਹੈ ਰਾਤ ਨੂੰ ਦਿਨ ਨਾਲ, ਢੂੰਡਦੀ ਏ ਦਿਨ ਨੂੰ ਰਾਤ ਦੌੜਦੀ, ਤੇ ਬਣਾਇਆ ਸੂ ਸੂਰਜ ਤੇ ਚੰਨ ਤੇ ਤਾਰੇ ਤਾਬੇ ਆਪਣੇ ਹੁਕਮ ਦੇ। ਸੁਣ ਲੋ ਉਸੇ ਦਾ ਕੰਮ ਹੈ ਪੈਦਾ ਕਰਨਾ ਤੇ ਹੁਕਮ ਕਰਨਾ, ਬਰਕਤ ਵਾਲਾ ਹੈ ਅੱਲਾ ਪਾਲਣਹਾਰ ਸਾਰੇ ਜਗ ਦਾ। ਸੱਦੋ ਆਪਣੇ ਰੱਬ ਨੂੰ ਜ਼ਾਰੀ ਨਾਲ, ਤੇ ਹੌਲੀ ਹੌਲੀ ਉਹਨੂੰ ਜ਼ਰੂਰ ਨਹੀਂ ਪਾਉਂਦੇ ਹੱਦੋਂ ਟੱਪਣੇ, ਤੇ ਨਾ ਵਿਗਾੜ ਪਾਓ ਜ਼ਮੀਨ ਵਿੱਚ ਪਿੱਛੇ ਉਸ ਦੇ ਸਵਾਰਨੇ ਦੇ। ਤੇ ਸੱਦੋ ਉਹਨੂੰ ਡਰ ਕੇ ਤੇ ਆਸ ਕਰਕੇ, ਮਿਹਰ ਅੱਲਾ ਦੀ ਜ਼ਰੂਰ ਨੇੜੇ ਹੈ ਨੇਕੋਕਾਰਾਂ ਦੇ। ਤੇ ਉਹੋ ਹੀ ਹੈ ਜਿਹੜਾ ਭੇਜਦਾ ਹਵਾਵਾਂ ਖੁਸ਼ਖਬਰੀਆਂ ਦਿੰਦੀਆਂ ਅੱਗੇ ਅੱਗੇ ਉਹਦੀ ਰਹਿਮਤ ਦੇ। ਇੱਥੋਂ ਤੀਕ ਜੋ ਜਦ ਚੁੱਕਿਓ ਨੇ ਹਵਾਵਾਂ ਬੱਦਲ ਭਾਰਾ, ਤੋਰਿਆ ਅਸਾਂ ਉਸ ਨੂੰ ਵੀਰਾਨ ਜ਼ਮੀਨ ਵੱਲ, ਫਿਰ ਉਤਾਰਿਆ ਅਸਾਂ ਉਸ ਨਾਲ ਪਾਣੀ, ਫਿਰ ਕੱਢੇ ਅਸਾਂ ਉਸ ਨਾਲ ਸਭ ਤਰ੍ਹਾਂ ਦੇ ਫਲ। ਇਸੇ ਤਰ੍ਹਾਂ ਅਸੀਂ ਨਿਕਾਲਾਂਗੇ ਮੋਇਆਂ ਨੂੰ, ਤਾਂ ਤੁਸੀਂ ਇਹ ਵੇਖ ਕੇ ਨਸੀਹਤ ਮੰਨੋ। ਤੇ ਜੋ ਜ਼ਮੀਨ ਮਿੱਠੀ ਏ ਨਿਕਲਦੀ ਹੈ ਅੰਗੂਰੀ ਉਹਦੇ ਰੱਬ ਦੇ ਹੁਕਮ ਨਾਲ, ਤੇ ਜੋ ਕੌੜੀ ਹੈ ਉਹਦੀ ਨਹੀਂ ਨਿਕਲਦੀ ਪਰ ਥੋੜੀ। ਇਸੇ ਤਰ੍ਹਾਂ ਅਸੀਂ ਬਾਰ-ਬਾਰ ਬਿਆਨ ਕਰਨੇ ਆ ਪਤੇ ਵਾਸਤੇ ਲੋਕਾਂ ਸ਼ੁਕਰਗੁਜ਼ਾਰਾਂ ਦੇ। ਅਸਾਂ ਜ਼ਰੂਰ ਭੇਜਿਆ ਨੂਹ ਨੂੰ ਉਹਦੀ ਕੌਮ ਵੱਲ, ਫਿਰ ਆਖਿਓ ਸੂ ਐ ਮੇਰੀ ਕੌਮ ਪੂਜੋ ਅੱਲਾ ਨੂੰ, ਨਹੀਂ ਤੁਹਾਡਾ ਕੋਈ ਮਾਬੂਦ ਸਵਾ ਉਹਦੇ। ਮੈਂ ਖੌਫ ਕਰਨਾ ਤੁਸਾਂ ਉੱਤੇ ਬੜੇ ਦਿਨ ਦੇ ਅਜ਼ਾਬ ਦਾ। ਆਖਿਆ ਸਰਦਾਰਾਂ ਨੇ ਉਹਦੀ ਕੌਮ ਵਿੱਚੋਂ, ਅਸੀਂ ਜ਼ਰੂਰ ਵੇਖਨੇ ਆ ਤੈਨੂੰ ਸਾਫ਼ ਗੁੰਮਰਾਹੀ ਵਿੱਚ। ਨੂਹ ਆਖਿਆ ਐ ਮੇਰੀ ਕੌਮ, ਨਹੀਂ ਹੈ ਮੇਰੇ ਨੇੜੇ ਕੁਝ ਗੁੰਮਰਾਹੀ, ਪਰ ਮੈਂ ਪੈਗੰਬਰਾਂ ਸਾਰੇ ਜੱਗ ਦੇ ਰੱਬ ਵੱਲੋਂ ਪਹੁੰਚਾਨਾ ਤੁਹਾਨੂੰ ਪੈਗਾਮ ਆਪਣੇ ਰੱਬ ਦੇ, ਤੇ ਭਲਾ ਚਾਹਨਾ ਤੁਹਾਡਾ, ਤੇ ਮੈਂ ਜਾਣਨਾ ਅੱਲਾ ਦੀ ਤਰਫੋਂ ਜੋ ਤੁਸੀਂ ਨਹੀਂ ਜਾਣਦੇ। ਭਲਾ ਤੇ ਅਨੋਖਾ ਜਾਤਾ ਜੇ ਜੋ ਆਈ ਤੁਸਾਂ ਕੋਲ ਨਸੀਹਤ ਤੁਹਾਡੇ ਰੱਬ ਵੱਲੋਂ, ਜ਼ੁਬਾਨੀ ਇੱਕ ਮਰਦ ਦੀ ਤੁਸਾਂ ਵਿੱਚੋਂ, ਤਾਂ ਡਰਾਵੇ ਤੁਹਾਨੂੰ ਨਾਲੇ ਤੁਸੀਂ ਬਚ ਜਾਓ,
ਨਾਲੇ ਤਾਂ ਤੁਸਾਂ ਉੱਤੇ ਮਿਹਰ ਹੋਵੇ। ਫਿਰ ਝੁਠਲਾਇਓ ਨਹੀਂ ਉਹਨੂੰ। ਫਿਰ ਅਸਾਂ ਬਚਾ ਦਿੱਤਾ ਉਹਨੂੰ ਤੇ ਉਹਦੇ ਨਾਲ ਦਿਆਂ ਨੂੰ ਬੇੜੀ ਵਿੱਚ ਤੇ ਡੋਬ ਦਿੱਤੇ ਅਸਾਂ ਜਿਨ੍ਹਾਂ ਝੁਠਲਾਈਆਂ ਆਇਤਾਂ ਸਾਡੀਆਂ। ਜ਼ਰੂਰ ਉਹ ਸਨ ਅੰਨੇ ਲੋਕ। ਤੇ ਭੇਜਿਆ ਆਦ ਵੱਲ ਉਹਨਾਂ ਦੇ ਭਰਾ ਹੂਦ ਨੂੰ। ਆਖਿਓ ਸੂ ਐ ਮੇਰੀ ਕੌਮ, ਪੂਜੋ ਅੱਲਾ ਨੂੰ, ਨਹੀਂ ਤੁਹਾਡਾ ਕੋਈ ਮਾਬੂਦ ਸਵਾ ਉਹਦੇ, ਕਿਉਂ ਫਿਰ ਬਚਦੇ ਨਹੀਂ ਹੋ? ਆਖਿਆ ਸਰਦਾਰਾਂ ਨੇ ਜਿਹੜੇ ਬੇਈਮਾਨ ਹੋਏ ਉਹਦੀ ਕੌਮ ਵਿੱਚੋਂ, ਅਸੀਂ ਜ਼ਰੂਰ ਵੇਖਣੇ ਆ ਤੈਨੂੰ ਮੂਰਖਪਣੇ ਵਿੱਚ ਤੇ ਸਾਡੀ ਅਟਕਲ ਵਿੱਚ ਜ਼ਰੂਰ ਤੂੰ ਝੂਠਿਆਂ ਵਿੱਚੋਂ ਹੈ। ਆਖਿਓ ਸੂ ਐ ਕੌਮ ਮੇਰੀ, ਨਹੀਂ ਮੇਰੇ ਨੇੜੇ ਮੂਰਖਪਣਾ, ਪਰ ਮੈਂ ਪੈਗੰਬਰ ਹਾਂ ਸਾਰੇ ਜੱਗ ਦੇ ਰੱਬ ਵੱਲੋਂ। ਪਹੁੰਚਾਨਾ ਤੁਹਾਨੂੰ ਪੈਗਾਮ ਆਪਣੇ ਰੱਬ ਦੇ, ਤੇ ਮੈਂ ਤੁਹਾਡਾ ਭਲਾ ਚਾਹੁੰਨਾ ਤੇ ਅਮਾਨਤੀ ਹਾਂ। ਭਲਾ ਤੇ ਅਨੋਖਾ ਜਾਤਾ ਜੀ ਜੋ ਆਈ ਤੁਸਾਂ ਕੋਲ ਨਸੀਹਤ ਤੁਹਾਡੇ ਰੱਬ ਵੱਲੋਂ, ਜ਼ਬਾਨੀ ਇੱਕ ਮਰਦ ਦੀ ਤੁਸਾਂ ਵਿੱਚੋਂ, ਤਾਂ ਡਰਾਵੇ ਤੁਹਾਨੂੰ। ਤੇ ਯਾਦ ਕਰੋ ਜਦ ਕੀਤੋ ਸੂ ਤੁਹਾਨੂੰ ਖਲੀਫੇ ਪਿੱਛੇ ਕੌਮ ਨੂਹ ਦੇ, ਤੇ ਵਧੇਰਾ ਦਿੱਤੋ ਸੂ ਤੁਹਾਨੂੰ ਬਦਨ ਵਿੱਚ ਕੱਦ ਤੇ ਜ਼ੋਰ। ਤੇ ਯਾਦ ਕਰੋ ਨੇਮਤਾਂ ਅੱਲਾ ਦੀਆਂ, ਤਾਂ ਤੁਹਾਡਾ ਭਲਾ ਹੋਵੇ। ਆਖਣ ਲਗੇ, ਵਾਹ ਆਇਆ ਅਸਾਂ ਕੋਲ ਤਾਂ ਅਸੀਂ ਪੂਜੀਏ ਅੱਲਾ ਨੂੰ ਇੱਕ ਕਰਕੇ ਤੇ ਛੱਡ ਦਈਏ ਜਿਸ ਨੂੰ ਪੂਜਦੇ ਰਹੇ ਸਾਡੇ ਪਿਓ ਦਾਦੇ। ਤਾਂ ਲੈ ਆਜ਼ਾਬ ਸਾਡੇ ਉੱਤੇ ਜਿਸ ਦਾ ਵਾਅਦਾ ਦੇਣਾ ਸਾਨੂੰ, ਜੇ ਤੂੰ ਸੱਚਿਆਂ ਵਿੱਚੋਂ ਹੈ। ਆਖਿਓ ਸੂ ਪੈ ਚੁੱਕਾ ਤੁਸਾਂ ਉੱਤੇ ਤੁਹਾਡੇ ਰੱਬ ਵੱਲੋਂ ਫਿਟਕਾਰ ਤੇ ਕਹਿਰ। ਕਿਉਂ ਝਗੜਦੇ ਹੋ ਮੇਰੇ ਨਾਲ? ਕੁਝ ਨਾਮਾਂ ਉੱਤੋਂ ਜਿਹੜੇ ਰੱਖ ਲਏ ਜੇ ਤੁਸਾਂ ਤੇ ਤੁਹਾਡੇ ਪਿਓ ਦਾਦਿਆਂ ਨੇ, ਨਹੀਂ ਉਤਾਰੀ ਅੱਲਾ ਨੇ ਉਹਨਾਂ ਦੀ ਕੁਝ ਦਲੀਲ। ਸੋ ਉਡੀਕੋ, ਮੈਂ ਵੀ ਤੁਸਾਂ ਨਾਲ ਉਡੀਕਣ ਵਾਲਿਆਂ ਥੀ। ਫਿਰ ਅਸਾਂ ਬਚਾ ਦਿੱਤਾ ਉਹਨੂੰ ਤੇ ਉਹਦੇ ਨਾਲ ਦਿਆਂ ਆਪਣੇ ਮੇਰ ਨਾਲ, ਤੇ ਵੱਢ ਦਿੱਤੀ ਅਸਾਂ ਜੜ ਉਹਨਾਂ ਦੀ ਜਿਨ੍ਹਾਂ ਝੁਠਲਾਈਆਂ ਆਇਤਾਂ ਸਾਡੀਆਂ ਤੇ ਨਹੀਂ ਸਨ ਮੰਨਣ ਵਾਲੇ। ਸਮੂਦ ਵੱਲ ਭਰਾ ਉਹਨਾਂ ਦਾ ਸਾਲੇ। ਆਖਿਓ ਸੂ ਐ ਕੌਮ ਮੇਰੀ, ਪੂਜੋ ਅੱਲਾ ਨੂੰ, ਨਹੀਂ ਤੁਹਾਡਾ ਕੋਈ ਮਾਬੂਦ ਸਵਾ ਉਹਦੇ। ਪਹੁੰਚ ਚੁੱਕੀ ਹੈ ਤੁਹਾਨੂੰ ਸਾਫ਼ ਨਿਸ਼ਾਨੀ ਤੁਹਾਡੇ ਰੱਬ ਵੱਲੋਂ। ਇਹ ਉਠਣੀ ਹੈ ਅੱਲਾ ਦੀ ਤੁਸਾਂ ਲਈ ਨਿਸ਼ਾਨੀ। ਸੋ ਛੱਡ ਦਿਓ ਇਸ ਨੂੰ ਖਾਵੇ ਅੱਲਾ ਦੀ ਜ਼ਮੀਨ ਵਿੱਚ, ਤੇ ਨਾ ਹੱਥ ਲਾਈਓ ਇਸ ਨੂੰ ਬੁਰੀ ਨੀਅਤ ਨਾਲ, ਫਿਰ ਪਕੜਨਗੇ ਤੁਹਾਨੂੰ ਦੁੱਖ ਦੀ ਮਾਰ। ਤੇ ਯਾਦ ਕਰੋ ਜਦ ਕੀਤੋ ਸੂ ਤੁਹਾਨੂੰ ਖਲੀਫੇ ਪਿੱਛੇ ਆਦ ਦੇ, ਤੇ ਥਾਂ ਦਿੱਤੋ ਸੂ ਤੁਹਾਨੂੰ ਜ਼ਮੀਨ ਵਿੱਚ, ਬਣਾਉਂਦੇ ਹੋ ਨਰਮ ਜ਼ਮੀਨ ਵਿੱਚ ਹਵੇਲੀਆਂ ਤੇ ਉੱਕਰ ਕੇ ਬਣਾਉਂਦੇ ਹੋ ਪਹਾੜਾਂ ਨੂੰ ਘਰ। ਸੋ ਯਾਦ ਕਰੋ ਇਹਸਾਨ ਅੱਲਾ ਦੇ, ਤੇ ਨਾ ਫਿਰ ਉਹ ਜ਼ਮੀਨ ਵਿੱਚ ਫਸਾਦ ਮਚਾਉਂਦੇ। ਆਖਿਆ ਸਰਦਾਰਾਂ ਨੇ ਜਿਨ੍ਹਾਂ ਉਚਾਈ ਕੀਤੀ ਉਹਦੀ ਕੌਮ ਵਿੱਚੋਂ, ਤੇ ਜਿਨ੍ਹਾਂ ਨੂੰ ਕਮਜ਼ੋਰ ਜਾਤਾ ਜਿਨ ਮੰਨਿਆ ਉਹਨਾਂ ਵਿੱਚੋਂ, ਪੁੱਛਿਆ ਭਲਾ ਤੁਸੀਂ ਜਾਣਦੇ ਹੋ ਪਈ ਸਾਲੇ ਭੇਜਿਆ ਹੋਇਆ ਹੈ ਆਪਣੇ ਰੱਬ ਵੱਲੋਂ? ਆਖਿਓ ਨੇ ਜੋ ਹੁਕਮ ਦੇ ਕੇ ਉਹਨੂੰ ਭੇਜਿਆ ਗਿਆ ਹੈ ਅਸੀਂ ਉਹਨੂੰ ਮੰਨਨੇ ਹਾਂ। ਆਖਿਆ ਜਿੰਨਾ ਗਰੂਰ ਕੀਤਾ ਜੋ ਹੁਕਮ ਤੁਸਾਂ ਮੰਨਿਆ ਹੈ ਅਸਾਂ ਉਹ ਨਹੀਂ ਮੰਨਣਾ। ਫਿਰ ਕੁੱਠਿਓ ਨੇ ਉੱਠਣੀ ਤੇ ਉਚਾਈ ਕੀਤੀ ਉਹਨੇ ਆਪਣੇ ਰੱਬ ਦਾ ਹੁਕਮ ਮੰਨਣ ਤੋਂ, ਤੇ ਆਖਿਓ ਨੇ ਐ ਸਾਲੇ ਲੈ ਆ ਸਾਡੇ ਉੱਤੇ ਜੋ ਵਾਅਦਾ ਦੇਣਾ ਸਾਨੂੰ, ਜੇ ਤੂੰ ਇਹ ਪੈਗੰਬਰਾਂ ਥੀ। ਫਿਰ ਪਕੜਿਆ ਉਹਨਾਂ ਨੂੰ ਭੁਚਾਲ ਨੇ, ਤਾਂ ਸਵੇਰ ਨੂੰ ਹੋ ਗਏ ਆਪਣੇ ਘਰਾਂ ਵਿੱਚ ਮੁਰਦੇ ਮੂੰਹਦੇ ਪਏ ਹੋਏ। وَأَمْطَرْنَا عَلَيْهِمْ مَطَرًا فَانظُرْ كَيْفَ كَانَ عَاقِبَةُ الْمُجْرِمِينَ। ਫਿਰ ਮੁੜ ਆਇਆ ਸਾਲੇ ਉਹਨਾਂ ਤੋਂ ਤੇ ਆਖਿਓ ਸੂ ਐ ਮੇਰੀ ਕੌਮ, ਮੈਂ ਜ਼ਰੂਰ ਪਹੁੰਚਾ ਚੁੱਕਾ ਤੁਹਾਨੂੰ ਪੈਗਾਮ ਆਪਣੇ ਰੱਬ ਦਾ, ਤੇ ਭਲਾ ਚਾਹ ਰਿਹਾ ਤੁਹਾਡਾ, ਪਰ ਤੁਹਾਨੂੰ ਨਹੀਂ ਪਾਉਂਦੇ ਭਲਾ ਚਾਹਣ ਵਾਲੇ। ਤੇ ਭੇਜਿਆ ਲੂਤ ਨੂੰ। ਜਦ ਆਖਿਓ ਸੂ ਆਪਣੀ ਕੌਮ ਨੂੰ ਕਿਉਂ ਕਰਦੇ ਹੋ ਗੰਦਾ ਕੰਮ, ਪਹਿਲ ਨਹੀਂ ਕੀਤੀ ਤੁਹਾਡੇ ਤੋਂ ਪਹਿਲੇ ਇਸ ਕੰਮ ਦੀ ਕਿਸੇ ਨੇ, ਸਾਰੇ ਜਾਨਦਾਰਾਂ ਥੀ। ਤੁਸੀਂ ਜ਼ਰੂਰ ਹੀ ਇਸਤੇਮਾਲ ਕਰਦੇ ਹੋ ਮਰਦਾਂ ਨੂੰ ਸ਼ਾਬਤ ਦੇ ਮਾਰੇ ਸਵਾ ਔਰਤਾਂ ਦੇ, ਸਗੋਂ ਤੁਸੀਂ ਲੋਕ ਕੋ ਹੱਦੋਂ ਟੱਪਣੇ। ਤੇ ਕੋਈ ਨਹੀਂ ਸੀ ਜਵਾਬ ਉਹਦੀ ਕੌਮ ਦਾ, ਪਰ ਇਹੋ ਜੋ ਆਖਿਓ ਨੇ ਕੱਢ ਦਿਓ ਇਹਨਾਂ ਨੂੰ ਆਪਣੇ ਪਿੰਡੋਂ, ਇਹ ਜ਼ਰੂਰ ਇੱਕ ਲੋਕ ਨੇ ਜੋ ਪਾਰਸ਼ਾਹ ਬਣਦੇ ਨੇ। ਫਿਰ ਅਸਾਂ ਬਚਾ ਦਿੱਤਾ ਉਹਨੂੰ ਤੇ ਉਹਦੇ ਘਰਦਿਆਂ ਨੂੰ, ਪਰ ਉਹਦੀ ਔਰਤ ਹੋ ਗਈ ਅਜ਼ਾਬ ਵਿੱਚ, ਪਿੱਛੇ ਰਹਿਣ ਵਾਲਿਆਂ ਥੀ। ਤੇ ਵਰਾਇਆ ਅਸਾਂ ਉਹਨਾਂ ਉੱਤੇ ਇੱਕ ਮੀਂਹ। ਫਿਰ ਵੇਖ ਕੀਕਰ ਹੋਇਆ ਔਰਤ ਗੁਨਾਹਗਾਰਾਂ ਦਾ। ਤੇ ਭੇਜਿਆ ਮਦੀਨ ਵੱਲ ਭਰਾ ਉਹਨਾਂ ਦਾ ਸ਼ੁਐਬ। ਆਖਿਓ ਸੂ ਐ ਮੇਰੀ ਕੌਮ, ਪੂਜੋ ਅੱਲਾ ਨੂੰ, ਨਹੀਂ ਤੁਹਾਡਾ ਕੋਈ ਮਾਬੂਦ ਸਵਾ ਉਹਦੇ। ਜ਼ਰੂਰ ਪਹੁੰਚ ਚੁੱਕੀ ਹੈ ਤੁਹਾਨੂੰ ਸਾਫ਼ ਨਿਸ਼ਾਨੀ ਤੁਹਾਡੇ ਰੱਬ ਵੱਲੋਂ। ਫਿਰ ਪੂਰਾ ਕਰੋ ਟੋਪਾ ਤੇ ਤਰਕੜੀ, ਤੇ ਨਾ ਘਟਾ ਦਿਓ ਲੋਕਾਂ ਨੂੰ ਚੀਜ਼ਾਂ ਉਹਨਾਂ ਦੀਆਂ, ਤੇ ਨਾ ਫਸਾਦ ਪਾਓ ਜ਼ਮੀਨ ਵਿੱਚ ਪਿੱਛੇ ਉਹਦੇ ਸਮਾਰਨੇ ਦੇ। ਇਹੋ ਜੇ ਚੰਗਾ ਤੁਹਾਨੂੰ ਜੇ ਤੁਸੀਂ ਮੰਨਣ ਵਾਲੇ ਹੋ। ਤੇ ਨਾ ਬੈਠੋ ਹਰ ਰਾਹ ਵਿੱਚ ਡਰਾਉਂਦੇ ਤੇ ਰੋਕਦੇ ਅੱਲਾ ਦੇ ਰਾਹੋਂ ਉਸ ਨੂੰ ਜਿਨ ਮੰਨਿਆ ਅੱਲਾ ਨੂੰ, ਤੇ ਢੂੰਡਦੇ ਉਸ ਰਾਹ ਵਿੱਚ ਐਬ
ਤੇ ਯਾਦ ਕਰੋ ਜਦ ਤੁਸੀਂ ਥੋੜੇ ਸੌ ਫਿਰ ਬਹੁਤੇ ਕਰ ਦਿੱਤੋ ਸੂ ਤੁਹਾਨੂੰ ਤੇ ਧਿਆਨ ਕਰੋ ਕੀਕਰ ਹੋਇਆ ਔਲਖ ਫਸਾਦੀਆਂ ਦਾ। ਤੇ ਜੇ ਇੱਕ ਟੋਲੇ ਨੇ ਤੁਸਾਂ ਵਿੱਚੋਂ ਮੰਨਿਆ ਹੈ ਜੋ ਹੁਕਮ ਦੇ ਕੇ ਮੈਨੂੰ ਭੇਜਿਆ ਗਿਆ ਹੈ ਤੇ ਇੱਕ ਟੋਲੇ ਨੇ ਨਹੀਂ ਮੰਨਿਆ ਤਾਂ ਸਬਰ ਕਰੋ ਜਦ ਤੀਕ ਫੈਸਲਾ ਨਾ ਕਰੇ ਅੱਲਾ ਸਾਡੇ ਵਿੱਚ ਤੇ ਉਹ ਚੰਗਾ ਹੈ ਸਭ ਫੈਸਲਾ ਕਰਨ ਵਾਲਿਆਂ ਥੀ। صدق الله العظيم وصدق رسوله النبي الكريم